ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਭਾਈ ਸਾਹਿਬ ਜੀ, ਅੱਜ ਸ਼੍ਰੋਮਣੀ ਕਮੇਟੀ ਨੂੰ ਜਿਹੜੇ 100 ਸਾਲ ਜਿਹੜਾ ਪੂਰਾ ਹੋਇਆ ਉਹਦੇ 'ਤੇ ਚਰਚਾ ਕਰਨੀ ਆ। ਥੋੜ੍ਹੀ ਜਿਹੀ ਕੁਝ ਵੀਰ ਜਿਹੜਾ ਸਾਨੂੰ ਮਤਲਬ ਟਾਰਗੇਟ ਡੇ ਆ ਕਰਨ ਉਹਦੇ ਬਾਰੇ, ਤੇ ਜਰਾ ਥੋੜ੍ਹੇ ਜਿਹੇ ਵੀਰ ਹੋਰ ਜੁੜ ਜਾਣ ਤਾਂ ਕਿ ਮਤਲਬ ਆਪਾਂ ਵਧੀਆ ਤਰੀਕੇ ਨਾਲ ਜਿਹੜੀ ਆਪਾਂ ਆਪਣੀ ਗੱਲ ਰੱਖੀਏ। ਜੀ ਵਾਹਿਗੁਰੂ 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 ਵਾਹਿਗੁਰੂ। ਹਾਂਜੀ ਭਾਈ ਸਾਹਿਬ, ਜੇ ਕੋਈ ਵੀਰ ਸ਼ੇਅਰ ਕਰ ਸਕਦਾ ਤਾਂ ਸ਼ੇਅਰ ਕਰ ਦਿਓ। ਹਾਂਜੀ, ਸੁਖਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਸਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਿੰਡਾਂ ਵਾਲੇ ਕਿਸਾਨ ਵੀਰ ਨੇ ਵੀ ਇੱਕ ਕਮੈਂਟ ਕੀਤਾ ਸੀਗਾ ਕਿ ਅਸੀਂ ਜਿਹੜਾ ਬੋਲਣ ਲਾ ਦਿੱਤੇ ਆ ਜਥੇਦਾਰ ਜਾਂ ਕੋਈ। ਤੇ ਭਾਈ ਸਾਹਿਬ, ਮੈਂ ਤੇ ਚਲੋ ਵੈਸੇ ਲਾਈਵ ਨਹੀਂ ਸੀ ਹੋਣਾ, ਤੁਹਾਡੇ ਕਰਕੇ ਖਾਸ ਮੈਂ ਲਾਈਵ ਹੋਣ ਲੱਗਾ ਵਾਂ। ਵੈਸੇ ਮੈਂ ਸਿੰਘਾਂ ਦੇ ਫੋਨ ਆਏ ਸੀਗੇ ਕਿ ਨਹੀਂ ਲਾਈਵ ਹੋਣਾ, ਨਹੀਂ ਕੁਝ ਬੋਲਣਾ। ਤੇ ਚਲੋ ਵੀਰ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਅੱਜ ਜਿਹੜਾ ਸ਼੍ਰੋਮਣੀ ਕਮੇਟੀ ਨੂੰ 100 ਸਾਲ ਹੋ ਗਿਆ ਜੀ ਪੂਰਾ, ਤੇ ਕੁਝ ਵੀਰ ਕਹਿੰਦੇ ਨੇ ਵੀ ਅਸੀਂ ਜਿਹੜਾ ਨਾ ਲੋਕਾਂ ਨੂੰ ਤਖਤਾਂ ਦੇ ਜਥੇਦਾਰਾਂ ਦੇ ਖਿਲਾਫ ਬੋਲਣ ਲਾ ਦਿੱਤਾ ਆ। ਪਹਿਲੋਂ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਵਾਂ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਸ਼ਹੀਦ ਸਿੰਘਾਂ ਦੇ ਪਰਿਵਾਰ ਆ, ਉਹਨਾਂ ਦਾ ਅਸੀਂ ਪੂਰਾ ਸਤਿਕਾਰ ਕਰਦੇ ਹਾਂ। ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਵਾ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਹਾਂ। ਲਵਦੀਪ ਸਿੰਘ ਧਰਮਕੋਟ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਦਾ ਅਸੀਂ ਪੂਰਾ ਸਤਿਕਾਰ ਕਰਦੇ ਹਾਂ ਕਿਉਂਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਵਾ ਕੌਮ ਵਾਸਤੇ, ਉਹਨਾਂ ਦੇ ਆਪਾਂ ਚਰਨਾਂ ਦੀ ਧੂੜ ਵੀ ਨਹੀਂ ਹੈਗੀ। ਹਾਂਜੀ, ਜਤਿੰਦਰ ਸਿੰਘ ਹੈਪੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਹੁਣ ਗੱਲ ਜਿਹੜੀ ਆ ਵੀ ਸਾਨੂੰ ਲੋਕ ਕਹਿੰਦੇ ਨਾ ਵੀ ਅਸੀਂ ਇਹਨਾਂ ਦੇ ਖਿਲਾਫ ਖਲੋਤੇ ਹਾਂ। ਹੁਣੇ ਥੋੜ੍ਹੇ ਸਮੇਂ ਬਾਅਦ ਸ਼ਾਇਦ ਕੁਝ ਲੋਕ ਵੀਰ ਇਹ ਵੀ ਕਹਿ ਦੇਣਗੇ ਵੀ ਅਸੀਂ ਕਾਂਗਰਸ ਹਾਂ, ਕਿਉਂਕਿ ਜਿਹੜਾ ਬਾਦਲਾਂ ਨੂੰ ਕੋਈ ਗੱਲ ਕਰਦਾ ਆ ਉਹਨੂੰ ਕਹਿ ਦਿੰਦੇ ਆ, ਸ਼੍ਰੋਮਣੀ ਕਮੇਟੀ ਨੂੰ ਕੋਈ ਗੱਲ ਕਰਦਾ ਆ ਤੇ ਉਹਨੂੰ ਕਹਿ ਦਿੰਦੇ ਆ ਵੀ ਇਹ ਆਪਣਾ ਕਾਂਗਰਸ ਦੇ ਆ, ਜਦ ਕਿ ਅਸੀਂ ਕਾਂਗਰਸ ਦੀ ਮੜੀ 'ਤੇ ਥੁੱਕਣ ਵੀ ਨਹੀਂ ਜਾਂਦੇ। ਅਸੀਂ ਕਾਂਗਰਸ ਦੀ ਮੜੀ ਦੇ ਉੱਤੇ ਥੁੱਕਣ ਵੀ ਨਹੀਂ ਜਾਂਦੇ, ਕਾਂਗਰਸੀਆਂ ਦੇ ਤੇ ਕਾਂਗਰਸ ਦੇ ਲੀਡਰਾਂ ਦੇ। ਅੱਜ ਤੱਕ ਆਪਾਂ ਕਿਸੇ ਪਾਰਟੀ ਨੂੰ ਵੀ ਕੋਈ ਇਸ ਤਰ੍ਹਾਂ ਦੇ, ਜਦੋਂ ਦਾ ਅਸੀਂ ਪੰਥ ਦੇ ਨਾਲ ਜੁੜੇ ਹਾਂ, ਅਸੀਂ ਕਿਸੇ ਪਾਰਟੀ ਦੇ ਸਪੋਰਟਰ ਨਹੀਂ ਰਹੇ। ਤੇ ਗੱਲ ਕਰਦੇ ਆ ਕਈ ਵੀਰ ਨੇ ਕਿਹਾ ਸੀਗਾ, ਇੱਕ ਨੇ ਕਮੈਂਟ ਕਰਕੇ ਮੇਰੀ ID ਤੇ, ਕਿ ਤੁਸੀਂ ਬੋਲਣ ਲਾਤੇ। ਭਾਈ ਸਾਹਿਬ, ਸੁੱਚਾ ਸਿੰਘ ਲੰਗਾਹ ਨੂੰ ਅਸੀਂ ਕਿਹਾ ਸੀਗਾ ਵੀ ਤੂੰ ਆਹ ਕਾਰਾ ਕਰ ਜਿਹੜਾ ਕੀਤਾ ਵਾ। ਜਿਹੜਾ ਚੀਫ ਖਾਲਸਾ ਦੀਵਾਨ ਦਾ ਜਿਹੜਾ ਮੁਖੀ ਹੈੱਡ ਸੀਗਾ, ਉਹਨੂੰ ਅਸੀਂ ਕਿਹਾ ਸੀਗਾ ਵੀ ਤੂੰ ਬੰਦ ਕਮਰੇ 'ਚ ਵੜ ਕੇ ਤੇ ਸਕੂਲ ਦੀਆਂ ਟੀਚਰਾਂ ਦੇ ਨਾਲ ਆਹ ਕੰਮ ਕਰ। ਲੋਕ ਤੁਹਾਨੂੰ ਗੱਲਾਂ ਕਿਉਂ ਨਾ ਕਰਨ। ਅਸੀਂ ਕਿਹਾ ਸੀਗਾ ਜਿਹੜਾ ਪਹਿਲਾ ਜਥੇਦਾਰ ਇੱਥੋਂ ਵੀ ਤੂੰ ਰਾਮ ਰਹੀਮ ਨੂੰ ਮਾਫੀ ਦੇ, ਜਾਂ ਰਾਮ ਰਹੀਮ ਕੋ ਅਸੀਂ ਪੈਸਾ ਖਾਧਾ ਸੀਗਾ। ਕਿਸੇ ਪੰਥਕ ਨੇ ਕਿਹਾ ਸੀਗਾ ਕਿ ਫਿਲਮ ਲਵਾਉਣ ਵਾਸਤੇ ਵੀ ਇਹਨਾਂ ਕੋਲੋਂ ਪੈਸਾ ਲੈ ਲਓ ਜਾਂ ਕੁਝ ਕਰ ਲਓ। ਕੋਈ ਸ਼ਰਮ ਨੂੰ ਹੱਥ ਮਾਰੋ ਭਰਾਵੋ। 100 ਸਾਲ ਦੇ ਵਿੱਚ ਕੀ ਪ੍ਰਾਪਤੀ ਕੀਤੀ ਤੁਸੀਂ? 100 ਸਾਲ ਦੇ ਵਿੱਚ ਇਹ ਪ੍ਰਾਪਤੀ ਆ ਕਿ ਜਿਹੜੇ ਦਾੜਿਆਂ ਵਾਲੇ ਤੇ ਅੰਮ੍ਰਿਤਧਾਰੀ ਜਿਹੜੇ ਸਿੰਘ ਸੀਗੇ, ਉਹਨਾਂ ਨੂੰ ਬਾਹਰ ਕਰਕੇ ਤੇ ਭਈਏ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਭਰਤੀ ਕਰ ਲਏ। ਤੁਸੀਂ ਬੇਅਮਰਤੀਏ ਬੰਦੇ ਭਰਤੀ ਕਰ ਲਏ ਸ਼੍ਰੋਮਣੀ ਕਮੇਟੀ ਦੇ ਵਿੱਚ। ਤੁਸੀਂ ਇਹਨੂੰ ਅਕਾਲੀ ਦਲ ਨੂੰ ਤੁਸੀਂ ਕੀ ਬਣਾ ਕੇ ਰੱਖ ਦਿੱਤਾ? ਅਕਾਲੀ ਦਲ ਦੇ ਵਿੱਚ ਸ਼ੇਬਾਂ ਵਾਲੇ ਬੰਦੇ ਤੁਸੀਂ ਤੇ ਭਈਏ ਤੁਸੀਂ ਮੋਹਰੀ ਕਰ ਦਿੱਤੇ। 100 ਸਾਲਾਂ ਦੀ ਤੁਹਾਡੀ ਆਹ ਪ੍ਰਾਪਤੀ ਹੈ। ਤੁਹਾਡੀ ਪ੍ਰਾਪਤੀ ਆ ਵੀ ਅੱਜ ਤੁਸੀਂ ਉੱਥੇ ਦਰਬਾਰ ਸਾਹਿਬ ਦਰਸ਼ਨ ਕਰਨ ਚੱਲ ਜਾਓ ਤੇ ਕੋਈ ਦੱਸ ਦਿਓ, ਕੋਈ ਬੰਦਾ ਤੁਹਾਨੂੰ ਕਮਰਾ ਵੀ ਦੇ ਦੇ ਤੇ ਬੰਦ ਕਰ ਦਿਓ। ਕਿਸੇ ਵੀਰ ਨੂੰ ਦੱਸੋ ਕੋਈ ਕਮਰਾ ਲੱਭਦਾ ਆ? ਤੇ ਜਦ ਕਿ ਸਰਾਵਾਂ ਦੇ ਵਿੱਚ ਪੱਕੇ ਬੰਦੇ ਰਹਿੰਦੇ ਆ, ਪੱਕੇ ਉਹਨਾਂ ਕੋਲ ਕਮਰੇ ਆ। ਇਹਨਾਂ ਦੇ ਅਕਾਲੀਆਂ ਦੇ ਜਿਹੜੇ ਬੰਦੇ ਆ, ਜਿਹੜਾ ਇਹਨਾਂ ਦੀ ਲੱਤ ਦੇ ਥੱਲੇੋਂ ਦੀ ਲੰਘ ਜਾਂਦਾ, ਉਹਦੇ ਵਾਸਤੇ 2-2 ਮਹੀਨੇ ਪੱਕੇ ਕਮਰੇ ਆ, ਕਿਸੇ ਨੂੰ ਕੋਈ ਬਾਹਰ ਨਹੀਂ ਕੱਢਦਾ। ਅਕਾਲੀ ਦਲ ਸਗੋਂ ਇਹ ਜਵਾਬ ਦੇਵੇ। ਹੁਣ ਦੱਸੋ, ਅਸੀਂ ਹੁਣ ਅਕਾਲੀ ਦਲ ਵੱਲੋਂ ਇਹ ਤੁਹਾਨੂੰ ਦੱਸੀਏ ਵੀ ਸਟੇਜ ਦੇ ਉੱਤੇ ਖਲੋ ਕੇ ਬੋਲੇ ਸੁਖਬੀਰ ਸਿੰਘ ਬਾਦਲ ਬੋਲੇ, ਲਓ ਜੀ ਮੇਰਾ ਪਿਓ 5 ਵਾਰੀ ਮੁੱਖ ਮੰਤਰੀ ਬਣਿਆ ਵਾ ਤੇ ਅਸੀਂ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦਿਵਾਤਾ ਜੀ। ਧਾਰਾ 25B ਜਿਹੜੀ ਉਹ ਕਟਾ ਦਿੱਤੀ ਹੈ ਕਿ ਜਿਹਦੇ ਵਿੱਚ ਸਾਨੂੰ ਕੇਸਾਧਾਰੀ ਹਿੰਦੂ ਦੱਸਿਆ ਗਿਆ। ਸਾਡਾ ਆਨੰਦ ਮੈਰਿਜ ਐਕਟ ਜਿਹੜਾ ਜੀ ਉਹ ਵੱਖਰਾ ਕਰ ਦਿੱਤਾ। ਕੀ ਦੇਣ ਕੀ ਤੁਹਾਡੀ?
ਇੰਨਾ ਚਿਰ ਰਾਜ ਕਰ ਛੜਿਆ, ਆਪਣੇ ਹੋਟਲ ਤੇ ਆਪਣੀਆਂ ਬੱਸਾਂ ਬਣਾ ਛੜੀਆਂ, ਕੌਮ ਨੂੰ ਕੀ ਮਿਲਿਆ ਜੀ ਦੱਸੋ? ਅਸੀਂ ਵਿਰੋਧੀ ਤੁਹਾਡੀਆਂ ਨੀਤੀਆਂ ਦੇ, ਤੁਹਾਡੇ ਵਿਰੋਧੀ ਨਹੀਂ ਗਏ ਅਸੀਂ। ਜੇ ਕੋਈ 328 ਸਰੂਪਾਂ ਦਾ ਇਨਸਾਫ ਲੈਣ ਗਿਆ ਤੇ ਉੱਥੇ ਮਾਰ ਡਾਂਗਾ ਤੇ ਛਲੀਆਂ ਵਾਂਗੂ ਭੁੰਨ ਕੇ ਰੱਖ ਦਿੱਤੇ ਬੰਦੇ। ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਪਹਿਲਾਂ ਤੁਸੀਂ ਪੜ੍ਹੋ ਵੀ ਇੱਕ ਮਰਿਆਦਾ ਬੰਦੇ ਨੂੰ ਹੋਣੀ ਚਾਹੀਦੀ ਵੀ ਮੈਂ ਕਿਹੜੇ ਜਗ੍ਹਾ ਤੇ ਮੈਨੂੰ ਰੁਤਬਾ ਕੀ ਆ। ਤੁਸੀਂ ਕਹਿ ਰਹੇ ਜੇ ਜਿਹੜੇ 328 ਸਰੂਪਾਂ ਦੀ ਗੱਲ ਕਰਦੇ ਆ ਤੇ ਕਦੀ ਛਪੇ ਹੀ ਨਹੀਂ। ਇੱਕ ਉੱਥੇ ਇਹਨਾਂ ਦੇ ਬੰਦੇ ਖਰੀਦਣ ਵਾਸਤੇ ਆਏ ਸੀਗੇ ਪੰਥਕਾਂ ਨੂੰ, ਕੁਝ ਵਿਕ ਵੀ ਗਏ ਵਿੱਚੋਂ ਪੰਥਕ। ਜਿਹੜਾ ਮੋਰਚਾ ਲੱਗਾ ਸੀਗਾ 328 ਸਰੂਪਾਂ ਦਾ, ਜੇ ਅਸੀਂ ਨਹੀਂ ਵਿਕੇ ਤੇ ਅੱਜ ਧਮਕੀਆਂ ਆਏ ਕੋਈ ਗੱਲ ਨਹੀਂ ਸਰਕਾਰ ਤੇ ਕੱਲ ਨੂੰ ਆਉਣੀ ਹੈ ਨਾ, ਫਿਰ ਕਿੱਥੇ ਜਾਓਗੇ? ਤੇ ਫਿਰ ਭਰਾਵੋ ਜਿਹੜਾ ਪਹਿਲੋਂ ਤੁਸੀਂ ਨਕਲੀ ਮੁਕਾਬਲੇ ਬਣਵਾ ਕੇ ਮਰਵਾਤੇ, ਸਾਨੂੰ ਵੀ ਮਰਵਾ ਦੋਗੇ, ਇਹਦੇ 'ਚ ਕੀ ਹੋ ਜਾਊਗਾ? ਤੁਹਾਡੇ ਹੱਥ 'ਚ ਜਿੰਨਾ ਚਿਰ ਪਾਵਰ ਰਹੀ ਕੀ ਕੀਤਾ ਜੇ? ਇੱਕ ਕੌਮ ਦਾ ਦੱਸ ਦਿਓ ਕੋਈ ਫਾਇਦਾ ਹੋਇਆ ਤੇ। ਚਿੱਟਾ ਕਿਹੜੀ ਸਰਕਾਰ ਦੇ ਵਿੱਚ ਚਿੱਟਾ ਆਇਆ? ਚਿੱਟੇ ਦਾ ਬਾਦਸ਼ਾਹ ਕਿਹਨੂੰ ਕਿਹਾ ਗਿਆ ਸੀਗਾ? ਭਲਵਾਨ ਜਗਦੀਸ਼ ਭੋਲੇ ਨੇ ਕਿਹਦਾ ਨਾਂ ਲਿਆ ਸੀਗਾ? ਤਕਲੀਫ ਤੇ ਤੁਹਾਨੂੰ ਬੜੀ ਹੁੰਦੀ ਆ, ਜਿਹੜੇ ਉਹਨਾਂ ਨੂੰ ਬਾਦਲਾਂ ਨੂੰ ਤਾਂ ਘੱਟ ਹੁੰਦੀ, ਜਿਹੜੇ ਉਹਨਾਂ ਦੇ ਪਾਲਤੂ ਕੁੱਤੇ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ ਵੀ ਪਤਾ ਨਹੀਂ ਸਾਨੂੰ ਇਹਨਾਂ ਨੇ ਕੀ ਸਰਦਾਰੀਆਂ ਦੇ ਦੇਣੀਆਂ। ਸਰਦਾਰੀਆਂ ਗਵਾ ਕੇ ਹੀ ਉੱਥੇ ਜਾਂਦੇ ਜੇ ਤੁਸੀਂ, ਜਿਹੜੇ ਪਾਲਤੂ ਉਹਨਾਂ ਦੇ ਬੰਦੇ। ਆ ਕੀ ਹੈ ਜੀ, ਕਬਰ ਢਾਤੀ ਭਾਈ ਸੁਖਜੀਤ ਸਿੰਘ ਖੋਸੇ ਨੇ, ਉਹਦੇ ਤੇ ਸ਼੍ਰੋਮਣੀ ਕਮੇਟੀ ਨੇ ਉਹਦੇ ਤੇ FIR ਕਰਾਤੀ ਕਬਰ ਢਾਉਣ ਤੇ। ਉਹ ਤੁਸੀਂ ਗ੍ਰੰਥੀ ਹੋ ਕਿ ਮੌਲਵੀ ਜੇ? ਮੜੀਆਂ ਦੇ ਉੱਤੇ ਤੇ ਮੁਸਲਮਾਨ ਵੀ ਨਹੀਂ ਜਾਂਦਾ। ਅੱਜ ਮਾਫ ਕਰਿਓ, ਇੰਨੀਆਂ ਵੱਡੀਆਂ ਜਥੇਬੰਦੀਆਂ ਦੇ ਉੱਥੇ ਜਥੇਦਾਰ ਬੈਠੇ ਸੀਗਾ ਜੋ ਸਟੇਜ ਦੇ ਉੱਤੇ, ਕਿਸੇ ਨੇ 328 ਸਰੂਪਾਂ ਦੀ ਗੱਲ ਨਹੀਂ ਕੀਤੀ, ਕਿਸੇ ਨੇ ਨਹੀਂ ਪੁੱਛਿਆ। ਬਸ ਚਾਪਲੂਸੀ ਚਾਪਲੂਸੀ ਚਾਪਲੂਸੀ। ਹੁਣ ਕਿਹੜਾ ਭਾਈ ਰਾਸ਼ਨ ਪਾਣੀ ਬੰਦ ਕਰਵਾਵੇ? ਸਾਡੇ ਤੇ ਮਗਰ ਕੋਈ ਨਹੀਂ ਹੈਗਾ, ਅਸੀਂ ਤਾਂ ਵੀ ਬੋਲਦੇ, ਸਾਨੂੰ ਕੋਈ ਡਰ ਨਹੀਂਗਾ। ਸਾਨੂੰ ਆਸਰਾ ਸੱਚੇ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ। ਹੁਣ ਜਿਹੜਾ ਬੋਲਦਾ ਕੋਈ ਗੱਲ ਕਰਦਾ ਉਹਨੂੰ ਕਾਂਗਰਸੀ ਕਹਿ ਦਿੰਦੇ। ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਹੋਇਆ ਕਿ ਇਹ ਜਿਹੜਾ ਧਰਮ ਪਰਿਵਰਤਨ ਹੋਣ ਡਿਆ ਨਾ, ਤੇ ਇਹ ਕਾਂਗਰਸ ਨੇ ਕੋਈ ਬੰਦਾ ਵੇਖੋ ਜੀ ਕਿ ਲੌਂਗੋਵਾਲ ਹੀ ਗਿਆ ਸੀਗਾ ਕਿ ਕਾਂਗਰਸ ਨੇ ਉਹਦੇ ਵਰਗਾ ਬੰਦਾ ਖੜਾ ਕਰਕੇ ਭੇਜ ਦਿੱਤਾ ਸੀਗਾ ਪਾਸਟਰ ਕੋ ਦਵਾ ਕਰਾਉਣ ਵਾਸਤੇ। ਬੀਬੀ ਹਰਸਿਮਰਤ ਕੌਰ ਜੀ ਗਏ ਪਾਸਟਰ ਕੋ ਦਵਾ ਕਰਾਉਣ ਵਾਸਤੇ। BJP ਨੂੰ ਉਂਗਲ ਫੜ ਕੇ ਲਿਆਉਣ ਵਾਲੇ ਤੁਸੀਂ ਜੇ। ਫਿਰ ਅੱਜ ਜਥੇਦਾਰ ਕਿਹੜੇ ਮੂੰਹ ਨਾਲ ਉਹਨੂੰ ਕਹਿਣ ਡਿਆ ਵੇ ਵੀ ਇਹ ਧੱਕੇ ਨਾਲ EVM ਨਾਲ ਬਣਿਆ ਵਾ? ਹੁਣ ਜਿਹਦੇ ਲਿਫਾਫੇ 'ਚੋਂ ਜਥੇਦਾਰ ਨਿਕਲਿਆ ਉਹਨੂੰ ਤਾਂ ਕੁਝ ਕਹਿ ਨਹੀਂ ਸਕਦਾ, ਤੇ ਫਿਰ ਆਪਾਂ ਕਿਤਨਾ ਜਥੇਦਾਰ ਮੰਨ ਲਈਏ ਇਹਨੂੰ? ਅੱਜ ਤੱਕ ਬਿਆਨ ਹੀ ਦਿੱਤੇ, ਕੁਝ ਕੀਤਾ ਕਿਤੇ ਨੁਮਾਇੰਦਗੀ ਕੀਤੀ ਵੀ ਆਓ ਵੀ ਮੈਂ ਤੁਹਾਡੇ ਨਾਲ ਤੁਰਨਾ ਵਾ, ਜੇ ਨਾ ਤੁਹਾਡਾ ਸਾਥ ਦੇਵਾਂਗੇ ਤੇ ਸਾਡਾ ਸਿਰ ਵੱਢ ਦਿਓ। ਜਥੇਦਾਰ ਜੀ ਕੁਝ ਕਰਕੇ ਵਿਖਾਓ, ਤੁਹਾਡਾ ਸਾਥ ਨਾ ਦੇਵਾਂਗੇ ਤੇ ਸਿਰ ਵੱਢ ਦਿਓ ਚੁਰਾਹੇ ਦੇ ਵਿੱਚ। ਬਿਆਨਾਂ ਦੇ ਨਾਲ ਕੱਖ ਨਹੀਂ ਬਣਨਾ। ਰਾਮ ਰਹੀਮ ਨੂੰ ਪੋਸ਼ਾਕ ਕਿਸੇ ਪੰਥਕ ਨੇ ਭੇਜੀ ਸੀਗੀ? ਕਿੰਨੇ ਭੇਜੀ ਸੀਗੀ? ਜੁਰਤ ਦੇ ਨਾਲ ਕਹੋ ਵੀ ਤੁਸੀਂ ਭੇਜੀ ਸੀਗੀ। ਹਰਿਆਣੇ ਦੀ ਸਰਕਾਰ ਨੇ ਉਹਨੂੰ ਇੱਕ ਦਿਨ ਦੀ ਪੇਰੋਲ ਦਵਾਤੀ। ਭਾਈ ਜਗਤਾਰ ਸਿੰਘ ਹਵਾਰੇ ਨੂੰ ਕਿਉਂ ਨਹੀਂ ਤੁਸੀਂ ਦਵਾ ਸਕਦੇ ਪੇਰੋਲ? ਇੱਕ ਦਿਨ ਦੀ ਉਹਨੂੰ ਛੁੱਟੀ ਦਵਾਤੀ, ਤੁਸੀਂ ਕਿਉਂ ਨਹੀਂ ਦਵਾ ਸਕਦੇ? ਤੁਹਾਨੂੰ ਇਹਨਾਂ ਪਤਾ ਵਾ ਵੀ ਅਸੀਂ ਤਾਂ ਚੋਰ ਹਾਂ, ਸੱਚਾ ਬੰਦਾ ਵਿੱਚ ਆ ਗਿਆ। ਤੁਸੀਂ ਵੀ ਤੇ ਕੈਪਟਨ ਵੀ ਦੋਵੇਂ ਇੱਕੋ ਥਾਲੀ ਦੇ ਚੱਟੇ ਬੱਟੇ 'ਚ। ਅੱਜ ਭਰਾਵੋ ਧਿਆਨ ਦਿਓ ਇੱਕ ਗੱਲ ਤੇ, ਜਿਸ ਤਰ੍ਹਾਂ ਬਾਦਲ ਸਾਹਿਬ ਉਹਨਾਂ ਨੇ ਧੜੇ ਬਣਾਤੇ ਸੀ ਨਾ, ਕਿੰਨੀਆਂ ਫੈਡਰੇਸ਼ਨਾਂ ਬਣਾਤੀਆਂ ਸੀਗੀਆਂ ਕਿ ਕੋਈ ਇਹ ਇਕੱਠੇ ਨਾ ਹੋਣ, ਇਹ ਪਾਟੇ ਰਿਆਂ ਤੇ ਮੈਂ ਰਾਜ ਕਰਾਂ। ਅੱਜ ਉਹੋ ਹੀ ਪਾਲਿਸੀ ਜਿਹੜੀ ਹੈ ਉਹ BJP ਨੇ ਖੇਡੀ ਆ। ਤੁਹਾਡੇ ਵਿੱਚੋਂ ਉਹ ਆਪਣਾ ਜਿਹੜੇ 3 ਕੁ ਜਣੇ ਵੱਖਰੇ ਹੋਏ ਸੀਗੇ, ਇੱਕ ਅਜਨਾਲੇ ਰਤਨ ਸਿੰਘ ਅਜਨਾਲਾ, ਤੇ ਦੂਜੇ ਜਿਹੜੀ ਇੱਕ ਹੋਰ ਅਕਾਲੀ ਦਲ ਬਣੀ ਆ, 3 ਜਣੇ ਇਹ ਵੱਖਰੇ ਕਰਤੇ, ਢੀਂਡਸਾ ਵੱਖਰਾ ਕਰਤਾ। ਤੁਹਾਡੇ ਵਿੱਚੋਂ ਅਗਲਿਆਂ ਨੇ ਪਾੜ ਕੇ ਉਹ ਮਾਰੇ। ਉਹਨਾਂ ਨੂੰ ਪਤਾ ਵਾ ਵੀ ਜਿਹੜੇ ਸਾਡੀ ਕੌਮ, ਆਪਣੀ ਕੌਮ ਦੇ ਨਹੀਂ ਬਣੇ, ਉਹਨਾਂ ਨੇ ਸਾਡੇ ਕੀ ਬਣਨਾ। ਅਗਲੇ ਸਕੀਮ ਲਾ ਗਏ। ਅਸੀਂ ਤਾਂ ਹੁਣ ਕਹਿੰਦੇ ਹਾਂ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹਿੰਦੂ ਹੋਵੇ। ਸਰਦਾਰਾਂ ਨੇ ਬਥੇਰੇ ਕੌਮ ਦੇ ਛੱਤਰ ਮਾਰ ਲਏ ਆ। ਸਰਦਾਰਾਂ ਨੇ ਜਿੰਨੇ ਸਰਦਾਰ ਮੁੱਖ ਮੰਤਰੀ ਬਣੇ, ਕੀ ਕਿਸੇ ਨੇ ਭਲਾ ਕੀਤਾ? ਅਸੀਂ ਤਾਂ ਆਪ ਚਾਹੁੰਦੇ ਹਾਂ ਵੀ ਹੁਣ ਬਣੇ
ਹਿੰਦੂ ਮੁੱਖ ਮੰਤਰੀ ਆਵੇ, ਜੇ ਉਹਦੇ ਛੱਤਰ ਖਾਵਾਂਗੇ ਸਾਨੂੰ ਇਹ ਤੇ ਹੋਊਗਾ ਨਾ ਵੀ ਸਾਡਾ ਦੁਸ਼ਮਣ ਮਾਰਨ ਡਿਆ ਵਾ। 100 ਸਾਲਾਂ ਦੇ ਵਿੱਚ ਕੋਈ ਪ੍ਰਾਪਤੀ ਗਿਣਾ ਦਿਓ ਵੀ ਕੀ ਚੰਗਾ ਕੰਮ ਕੀਤਾ ਜੇ। ਕੋਈ ਫ੍ਰੀ ਹਸਪੀਟਲ ਦਿੱਤਾ ਜੇ ਕੌਮ ਨੂੰ? ਆ ਜਾਓ ਚੱਲ ਜਾਓ ਗੁਰੂ ਰਾਮਦਾਸ ਹਸਪੀਟਲ, ਮਹਾਰਾਜ ਸੱਚੇ ਪਾਤਸ਼ਾਹ ਦੇ ਨਾਂ ਦੇ ਉੱਤੇ ਰੱਖਿਆ ਵਾ, ਪੈਸੇ ਨਾ ਹੋਣ ਤੇ ਕੱਢ ਕੇ ਬਾਹਰ ਮਾਰਦੇ ਆ। 200 ਰੁਪਿਆ ਫਾਈਲ ਬਣਾਉਣ ਚੋਂ ਘੱਟ ਜੇ ਨਾ ਤੇ ਬਾਹਰ ਕੱਢ ਦਿੰਦੇ ਆ। ਤੇ ਸਿੰਗਰ ਕਿੱਡੇ ਕਿੱਡੇ ਤਗੜੇ 1.5 ਲੱਖ ਤੇ ਸਿੰਗਰ ਲਿਆ ਕੇ ਤੇ ਫੈਸਟੀਵਲ ਕਰਦੇ ਰਹੇ ਜਦੋਂ ਅਸੀਂ ਰੁਕਵਾਇਆ ਸੀਗਾ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਬੰਦੇ ਇਹਦੇ 'ਚ ਸ਼੍ਰੋਮਣੀ ਕਮੇਟੀ 'ਚ ਮਾੜੇ ਆ, ਕੁਝ ਚੰਗੇ ਵੀ ਨੇ, ਪਰ ਉਹਨਾਂ ਦੀ ਪੇਸ਼ ਨਹੀਂ ਚੱਲਦੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਪ੍ਰਧਾਨਗੀ ਵਾਸਤੇ ਲੌਂਗੋਵਾਲ ਤੋਂ ਇਲਾਵਾ ਕੋਈ ਬੰਦਾ ਹੀ ਨਹੀਂ ਕੌਮ ਦੇ ਵਿੱਚ ਹੈਗਾ, ਕੋਈ ਸੂਝਵਾਨ। ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਉਹ ਵਿੱਚ ਲਿਆ ਕੇ ਸਰਸਾ ਦਿੱਲੀ ਵਾਲਾ ਬਿਠਾਤਾ ਵਾ, ਦਾੜੀ ਮੁੰਨੀ ਤੇ ਤੁੰਨੀ ਇੱਕੋ ਹੀ ਬਰਾਬਰ ਹੁੰਦੀ ਆ, ਉਹਨੂੰ ਲਿਆ ਕੇ ਬਿਠਾਤਾ। 420 ਦਾ ਉਹਦੇ ਤੇ ਮੈਂ ਕੇਸ ਦਰਜ ਹੋਣ ਡਿਆ ਵਾ, ਤੇ ਇਹ ਵੇਖੋ ਜੀ ਉਹ ਮਾਣ ਮੱਤੇ ਗਣਾਉਣ ਡਿਆ ਵਾ। 12-12 ਕਰੋੜਾਂ ਦੀਆਂ ਸਟੇਜਾਂ ਲਾ ਦਿੱਤੀਆਂ, 60-60 ਲੱਖ ਦੇ ਟੈਂਟ, ਪੈਸਾ ਜਨਤਾ ਦਾ। ਲੰਗਰ ਸ਼੍ਰੋਮਣੀ ਕਮੇਟੀ ਪਕਾਵੇ ਤੇ ਜਾਵੇ ਰੈਲੀਆਂ ਦੇ ਵਿੱਚ। ਵਾਹ ਜੀ ਵਾਹ। ਇਹ ਜਦੋਂ ਵਿਦਰੋਹ ਹੋ ਜਾਂਦਾ ਨਾ, ਜਦੋਂ ਕੌਮ ਬਾਗੀ ਹੋ ਜਾਂਦੀ, ਤੇ ਫਿਰ ਉਹਨੂੰ ਇਸ ਤਰ੍ਹਾਂ ਜ਼ੁਲਮ ਦੇ ਨਾਲ ਨਹੀਂ ਠੱਲਿਆ ਜਾਂਦਾ ਹੁੰਦਾ। ਅੱਜ ਹਰੀਆਂ ਵੇਲਾਂ ਵਾਲਿਆਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਆ। ਚਲੋ ਉਹਨਾਂ ਦੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਨਹੀਂ ਗਾ, ਵੀ ਉਹਨਾਂ ਨੂੰ ਪੁੱਛਣਾ ਚਾਹੀਦਾ ਸੀਗਾ। ਅੱਜ ਵੇਖੋ ਮਾਣ ਮੱਤਾ ਕੌਮ ਦਾ ਕੀ, ਨਿਹੰਗ ਸਿੰਘ ਜਥੇਬੰਦੀਆਂ, ਕੋਈ ਬੋਲਦਾ ਹੀ ਨਹੀਂ ਗਾ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ, ਕੋਈ ਗੱਲ ਹੀ ਨਹੀਂ ਕਰਦਾ ਵੀ 328 ਸਰੂਪ ਦੱਸੋ ਭਾਈ। ਸਾਡੇ 'ਚ ਤਾਂ ਪਾਵਰ ਨਹੀਂ ਹੈਗੀ, ਨਿਹੰਗ ਸਿੰਘ ਜਥੀਆਂ ਦੇ ਬੰਦੀਆਂ ਦੇ ਵਿੱਚ ਤੇ ਪਾਵਰ ਹੈਗੀ ਆ। ਉਹ ਤੇ ਅਸਲ ਫੌਜ ਗੁਰੂ ਸਾਹਿਬ ਦੀ ਉਹ ਆ, ਉਹ ਹੀ ਨਹੀਂ ਬੋਲਣ ਡੇ ਅੱਜ। ਹੁਣ ਕਿਹੜਾ ਰਸਤ ਪਾਣੀ ਬੰਦ ਕਰਾਵੇ ਜੀ ਬੋਲ ਕੇ? ਅਸੀਂ ਤੇ ਗੁਰੂ ਸਾਹਿਬ ਅੱਗੇ ਬੇਨਤੀ ਕਰ ਸਕਦੇ ਹਾਂ। ਬੀਬੀ ਜਗੀਰ ਕੌਰ ਜੀ ਠੀਕ ਨੇ ਪ੍ਰਧਾਨ, ਉਹਨਾਂ ਨੂੰ ਸੇਵਾ ਦੇਣੀ ਚਾਹੀਦੀ। ਚੜ੍ਹਤ ਸਿੰਘ ਅਕਾਲੀ ਜੀ ਛੱਡ ਦਿਓ ਕਿ ਕਿਹਦੇ ਮਗਰ ਪੈ ਗਏ ਜੇ? ਬੀਬੀ ਨੇ ਦੱਸ ਦਿਓ ਕੀ ਕੁਝ ਕੀਤਾ ਵਾ। ਬੀਬੀ ਦੀਆਂ ਮੁੱਛਾਂ ਹੀ ਜ਼ਿਆਦਾ ਆਉਂਦੀਆਂ ਵਾ, ਪਹਿਲੋਂ ਕਹਿੰਦੇ ਹੈਗੀਆਂ ਸੀਗੀਆਂ, ਹੁਣ ਕਹਿੰਦੇ ਹੈ ਨਹੀਂ ਗੀਆਂ। ਤੇ ਭਾਈ ਸਾਹਿਬ ਸਾਨੂੰ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਹਿ ਸਕਦੇ ਹਾਂ ਵੀ ਅਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ। ਸਾਡਾ ਤਾਂ ਦਿਮਾਗ ਇਹੋ ਜਿਹਾ, ਅਸੀਂ ਕਿਸੇ ਦੇ ਨਾਲ ਚੱਲ ਨਹੀਂ ਸਕਦੇ ਤੇ ਕਿਸੇ ਇਸ਼ਾਰਿਆਂ ਦੇ ਅਸੀਂ ਨਹੀਂ ਚੱਲ ਸਕਦੇ। ਕਈ ਬੰਦਿਆਂ ਦੇ ਨਾਲ ਆਪਾਂ ਜੁੜੇ ਹਾਂ, ਅਗਲੇ ਕਹਿੰਦੇ ਜੀ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਸਾਨੂੰ ਦੱਸੋ, ਤੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਕਿ ਨਾ ਅਸੀਂ ਕਿਸੇ ਦੇ ਅਧੀਨ ਚੱਲਣਾ ਤੇ ਨਾ ਸਾਨੂੰ ਕੋਈ ਚਲਾ ਸਕਦਾ ਆ। ਅਸੀਂ ਇਕੱਲੇ ਹਾਂ ਤੇ ਇਕੱਲੇ ਠੀਕ ਹਾਂ, ਜਿੰਨਾ ਚਿਰ ਕਿਸੇ ਨਾਲ ਨਿਭਦੀ ਉਹਨਾਂ ਚਿਰ ਨਿਭੀ ਜਾਂਦੀ। ਮੈਂ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਇਹ ਸਲਾਹ ਦੇਣਾ ਚਾਹੁੰਦਾ ਵੀ ਸਰਦਾਰ ਜੀ ਆਪਣਾ ਜਿਹੜਾ ਤੁਹਾਡਾ ਸਲਾਹਕਾਰ ਹੈ ਬਦਲੋ, ਕੋਈ ਪੰਥਕ ਚਿਹਰਾ ਲਿਆਓ ਆਪਣਾ ਸਲਾਹਕਾਰ। ਆ ਪਿਛਲੀ ਵਾਰ ਜਿੰਨੀਆਂ ਤੁਹਾਡੀਆਂ ਸੀਟਾਂ ਆਈਆਂ, ਉਮੀਦ ਨਹੀਂ ਵੀ ਇੰਨੀਆਂ ਵੀ ਆ ਜਾਣ। ਲਾਲ ਕ੍ਰਿਸ਼ਨ ਅਡਵਾਨੀ ਨੇ ਜਦੋਂ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਿਆ ਕਿ ਅਸੀਂ ਹਮਲਾ ਕਰਵਾਉਣ ਦੇ ਅਸੀਂ ਉਹਨੂੰ ਪੂਰਾ ਪੰਪ ਦਿੱਤਾ ਹਮਲਾ ਕਰਾਉਣ ਵਾਸਤੇ, ਅਸੀਂ ਸਲਾਹ ਦਿੱਤੀ, ਤੁਸੀਂ ਫੇਰ ਵੀ ਇੰਨਾ ਚਿਰ ਚੱਲੇ ਉਹਦੇ ਨਾਲ, ਉਦੋਂ ਤੁਹਾਡੇ ਕੋਲ ਅਸਤੀਫਾ ਨਾ ਦਿੱਤਾ ਗਿਆ? ਜਦੋਂ ਪੰਜਾਬ ਦੇ ਕਿਸਾਨ ਗੁਜਰਾਤ ਦੇ ਵਿੱਚੋਂ ਮੋਦੀ ਨੇ ਕੱਢ ਕੇ ਬਾਹਰ ਮਾਰੇ, ਉਦੋਂ ਅਸਤੀਫਾ ਨਾ ਦਿੱਤਾ ਗਿਆ? ਹੁਣ ਕਜੱਜੀ ਜਨਾਨੀ ਵਾਂਗੂ ਡਰਾਮੇਬਾਜ਼ੀ ਜੀ ਕਰਕੇ ਤੇ ਹੁਣ ਜੀ ਅਸੀਂ ਅਸਤੀਫਾ ਦੇ ਦਿੱਤਾ। ਉਹੋ ਜਿਹੇ ਡੱਬੂ ਕੁੱਤੇ ਉਹਨਾਂ ਦੇ ਜਿਹੜੇ ਉਹ ਕਹਿਣ ਡੇ ਲਓ ਜੀ ਬੀਬਾ ਜੀ ਨੇ ਅਸਤੀਫਾ ਦੇ ਦਿੱਤਾ, ਕੀ ਉਹਦੇ 'ਚ ਭਾਅ ਢਾਤਾ? ਜ਼ਿਆਦਾ ਪੜ੍ਹਿਆ ਲਿਖਿਆ ਜਥੇਦਾਰ ਸਾਨੂੰ PhD ਨਹੀਂ ਚਾਹੀਦਾ, ਕੁਝ ਕਰਨ ਵਾਲਾ ਚਾਹੀਦਾ ਵਾ। ਤੁਸੀਂ ਉਂਗਲ ਫੜ ਕੇ ਪਿੰਡਾਂ ਦੇ ਵਿੱਚ ਤੁਸੀਂ BJP ਨੂੰ ਵਾੜ ਦਿੱਤਾ। BJP ਨੂੰ ਜਾਣਦਾ ਕੌਣ ਸੀਗਾ? ਕਿਸੇ ਦੀ ਕੋਈ ਮਦਦ ਕੀਤੀ ਆ ਕੋਈ? ਅੱਜ ਕਿੰਨੇ ਧਰਮੀ ਫੌਜੀ ਜਿਨ੍ਹਾਂ ਨੂੰ ਬਾਦਲ ਹੋਣਾ ਨੇ ਆਵਾਜ਼ ਦੇ ਕੇ ਕਹਿਤਾ ਸੀਗਾ ਵੀ ਨੌਕਰੀਆਂ ਛੱਡ ਕੇ ਆ ਜਾਓ, ਆਓ ਤੁਹਾਨੂੰ ਸਾਡੇ ਰਿਸ਼ਤੇਦਾਰੀ 'ਚ ਆ ਮੁੰਡਾ ਧੱਕੇ ਖਾਣ ਡਿਆ ਵਾ, ਕਦੋਂ ਦੇ ਉਹਨੇ ਕਾਗਜ਼ ਭਰੇ, ਉਹਨੂੰ ਨੌਕਰੀ ਨਹੀਂ ਹੈਗੀ।
ਮੋਦੀ ਨੇ ਤੁਹਾਡੀਆਂ ਪੂਰੀਆਂ ਸਾਠਾਂ ਗਾਂਢਾਂ ਵਾ ਡਰਾਮੇਬਾਜ਼ੀ ਕਰਨ ਨੂੰ। ਸਭ ਤੋਂ ਵੱਧ ਜਿਹੜੇ ਘਟੀਆ ਬੰਦੇ ਆ ਨਾ, ਉਹ ਮੈਨੂੰ ਉਹ ਲੱਗਣ ਡੇ ਆ ਵੀ ਜਿਹੜੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਹੀਂ ਕਹਿ ਸਕਦੇ। ਇੱਕ ਪਾਸਿਓਂ ਕਹਿੰਦੇ ਵੀ ਅਸੀਂ ਪੰਥਕ ਆ, ਦੂਜੇ ਪਾਸੇ ਉਹਨਾਂ ਨੂੰ ਸਹੀ ਸਾਬਤ ਕਰਨ ਲੱਗੇ ਆ। ਇੱਕ ਕੋਈ ਮਸਲਾ ਇੱਕ ਦੱਸ ਦਿਓ ਵੀ ਹੁਣ ਇੱਕ ਗੱਲ ਹੋਰ ਮੈਂ ਕਿਸੇ ਦੇ ਮੂੰਹੋਂ ਸੁਣੀ ਸੀਗੀ ਵੀ ਹੁਣ ਅਕਾਲ ਤਖਤ ਸਾਹਿਬ ਹੀ ਹਰਿਮੰਦਰ ਸਾਹਿਬ ਦੇ ਵਿੱਚ ਆ, ਇੱਕੋ ਉਹ ਜਗ੍ਹਾ ਆ, ਕੋਈ ਜ਼ਿਆਦਾ ਫਰਕ ਨਹੀਂ ਗਾ, ਉਹਦੇ ਵਿੱਚ ਵੀ ਆਪਾਂ ਇੱਕ ਮਰਿਆਦਾ ਨਹੀਂ ਕਰ ਸਕੇ। ਹਰ ਥਾਂ ਤੇ ਮਰਿਆਦਾ ਵੱਖੋ ਵੱਖਰੀ, ਕੋਈ ਤੇ ਮਰਿਆਦਾ ਇੱਕ ਕਰ ਦਿਓ। ਕੀ ਕੀਤਾ ਜੇ ਸਵਾਏ ਪਾੜਨ ਤੋਂ? ਹੁਣ ਇਸ ਵੇਲੇ ਜਿਹੜੇ ਸਿੱਖਾਂ ਦੇ ਬੱਚੇ ਉਹਦੇ ਬਾਹਰ ਜਾਣ ਡੇ ਆ ਤੇ ਇੱਥੇ ਹਿੰਦੂਆਂ ਦੀ ਗਿਣਤੀ ਵਧਣ ਦੀ ਆ, ਤੇ ਫਿਰ ਕਿਸ ਤਰ੍ਹਾਂ ਤੁਸੀਂ ਅਗਲੀ ਵਾਰੀ ਮੁੱਖ ਮੰਤਰੀ ਹੁਣ ਹੋਰ ਐਤਕੀ ਇੱਕ ਚਿਹਰਾ ਬਣ ਜਾਏਗਾ। 2027 ਦੇ ਵਿੱਚ ਕੋਈ ਸਿੱਖ ਚਿਹਰਾ ਮੁੱਖ ਮੰਤਰੀ ਨਹੀਂ ਬਣੂਗਾ, ਹਿੰਦੂ ਹੀ ਬਣੂਗਾ। ਇਹ ਲਿਖ ਕੇ ਲੈ ਲਓ। ਮੋਦੀ ਨੂੰ ਤੁਸੀਂ RSS ਨੂੰ ਪਿੱਟੀ ਜਾਂਦੇ ਤੇ ਉਹਨਾਂ ਦੇ ਵਰਗੇ ਬਣ ਕੇ ਤੇ ਵਿਖਾਓ ਤੁਸੀਂ। ਉਹਨਾਂ ਨੇ ਤੇ ਆਪਣੀ ਕੌਮ ਨੂੰ ਪਿੱਠ ਨਹੀਂ ਵਿਖਾਈ, ਕਿੰਨੇ ਚਿਰ ਦੇ ਲੱਗੇ ਆ। ਉਹਨਾਂ ਨੇ ਆਪਣਾ ਰਾਮ ਮੰਦਿਰ ਬਣਾ ਲਿਆ। ਹੁਣ ਫਿਰ ਮੈਂ ਇੱਕ ਪਿੱਛੇ ਜੇ ਪੋਸਟ ਪਾਈ ਤੇ ਇੱਕ ਕੁੱਤੀ ਬਿੱਲੀ ਜੀ ਆ ਕੇ ਵਿੱਚ ਆਂਦੀ ਜੀ ਇਹ ਤੇ ਢੈਂਦੀ ਕਲਾਂ ਵਾਲੀਆਂ ਗੱਲਾਂ ਕਰਦਾ ਵਾ। ਜੇ ਉਹਨਾਂ ਨੇ ਰਾਮ ਮੰਦਿਰ ਬਣਾਇਆ ਵਾ ਅੱਜ ਤੋਂ 20 ਸਾਲਾਂ ਨੂੰ, ਵੇਖਿਓ ਅੱਜ ਜੇ ਉਹ ਕੇਸ ਕਰ ਦਿੰਦੇ ਆ, ਜੀ ਦਰਬਾਰ ਸਾਹਿਬ ਤੇ ਵਿਸ਼ਨੂੰ ਮੰਦਿਰ ਆ ਜੀ, ਅੱਜ ਉਹ ਕੇਸ ਕਰਨਗੇ, 10 ਸਾਲਾਂ ਬਾਅਦ ਫੈਸਲਾ ਆਊਗਾ, ਅਗਲੇ ਸਾਰੇ ਪੰਜਾਬ ਦੇ ਵਿੱਚ ਫੌਜ ਲਾ ਕੇ ਉੱਥੇ ਮੂਰਤੀ ਸਥਾਪਨਾ ਕਰ ਲੋਗੇ ਤੇ ਕੀ ਕਰ ਲੋਗੇ? ਕੌਮ ਨੂੰ ਤਾਂ ਤੁਸੀਂ ਪਾੜ ਦਿੱਤਾ। ਕੌਮ ਕਿੰਨੇ ਧੜਿਆਂ 'ਚ ਵੰਡੀ ਗਈ। ਕੋਈ ਇੱਕ ਢੱਡਰੀਆਂ ਵਾਲੇ ਹੋ ਗਏ, ਇੱਕ ਧੁੰਦੇ ਹੋਣਾ ਦਾ ਗਰੁੱਪ ਹੋ ਗਿਆ, ਇੱਕ ਢੱਡਰੀਆਂ ਵਾਲੇ ਦਾ ਹੋ ਗਿਆ, ਇੱਕ ਟਕਸਾਲ ਦੀ ਵੱਖਰੀ ਲਹਿਰ ਹੋ ਗਈ, ਇੱਕ ਤੁਸੀਂ ਵੱਖਰੇ ਹੋ ਗਏ। ਇਹਦੇ ਵਿੱਚੋਂ ਭੀੜੀਆਂ ਪਜਾਮੀਆਂ ਵਾਲੇ ਜਿਹੜੇ ਆ, ਇੱਕ ਹੋਰ ਇਹਨਾਂ ਦੇ ਮੋਦੀ ਦੇ ਗੁਣ ਗਾਉਂਦੇ ਰਹਿੰਦੇ ਆ, ਜਿਹੜੇ ਕਹਿੰਦੇ ਆ ਜੀ ਭਗਵਾਨ ਰਾਮ ਹਿੰਦੂ ਇੰਨੇ ਸਿੱਖ ਬਣੇ ਆ, ਤੇ ਪਤਾ ਨਹੀਂ ਦਲੀਪ ਸਿੰਘ ਜਿਹੜਾ ਉਹ ਵੱਖਰੀ ਬੀਨ ਵਜਾਉਂਦਾ ਰਹਿੰਦਾ। ਕਿੰਨੇ ਤਾਂ ਤੁਸੀਂ ਧੜੇ ਬਣਾਤੇ, ਤੁਹਾਡੇ ਕੋਲ ਧੜੇ ਹੀ ਨਹੀਂ ਇਕੱਠੇ ਹੋਏ। ਹੁਣ 100 ਸਾਲ ਬਾਅਦ ਤੁਸੀਂ ਰੌਲਾ ਪਾਉਂਦੇ ਜੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ। ਨਿਸ਼ਾਨ ਸਾਹਿਬ ਲਵਾਏ ਕਿੰਨੇ ਇਹਨੇ? ਤੁਹਾਡੇ ਕੋਲ ਪਾਵਰ ਸੀਗੀ, ਸਾਰਿਆਂ ਨੇ ਬਹਿ ਕੇ ਤੁਸੀਂ ਰਾਏ ਮਸ਼ਵਰਾ ਕਰਦੇ, ਪਰ ਤੁਹਾਨੂੰ ਤਾਂ ਇਹੋ ਹੀ ਲੱਗਾ ਰਿਹਾ ਵੀ ਇੰਨੀਆਂ ਬੱਸਾਂ ਬਣਾ ਲਈਏ, ਇੰਨੇ ਹੋਟਲ ਬਣਾ ਲਈਏ, ਇੱਧਰੋਂ ਦੀ ਰੋਡ ਕੱਢਣਾ ਵਾ, ਪਹਿਲਾਂ ਇੱਧਰੋਂ ਦੀ ਜ਼ਮੀਨ ਖਰੀਦ ਲਈਏ, ਫਿਰ ਇੱਧਰੋਂ ਦੀ ਰੋਡ ਕੱਢ ਦਾਂਗੇ। ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਸਿਆਸੀ ਪਾਰਟੀਆਂ ਦਾ ਹੱਥ ਆ, ਵਿੱਚੇ ਕੈਪਟਨ ਦਾ ਤੇ ਵਿੱਚੇ ਬਾਦਲਾਂ ਦਾ। ਅੱਜ ਹੁਣ ਰੌਲਾ ਪੈਣ ਡਿਆ, ਰੱਬ ਜਾਣੇ ਸੱਚ ਹੈ ਕਿ ਝੂਠ ਆ, ਕਿ 3 ਜ਼ਿਲ੍ਹੇ ਕੱਢ ਕੇ ਲੈ ਚੱਲੇ ਨੇ ਉਹ ਜੰਮੂ ਦਾ। ਕੀ ਕਰ ਲੋਗੇ ਤੁਸੀਂ? ਤੁਹਾਡੇ ਪੱਲੇ ਕੀ ਆ? ਜਿਹੜੇ ਕੁਝ ਜਿਗਰੇ ਵਾਲੇ ਸੀਗੇ, ਮੁਕਾਬਲਾ ਕਰਨ ਵਾਲੇ ਸੀ, ਉਹਨਾਂ ਦੇ ਝੂਠੇ ਕੇਸ ਪਵਾ ਕੇ ਉਹਨਾਂ ਨੂੰ ਅੰਦਰ ਬਿਠਾਤਾ। ਦੱਸੋ ਕੋਈ ਸਿੰਘ ਰਿਆ ਕਰਾਏ ਜੇ? ਤੇ ਅੱਜ ਸੱਦੋ, ਸਾਰੇ ਪੰਥ ਦੀ ਏਕਤਾ ਵਾਸਤੇ ਸੱਦੋ ਮੀਟਿੰਗ, ਛੋਟੀ ਤੋਂ ਛੋਟੀ ਜਥੇਬੰਦੀ ਤੇ ਵੱਡੀ ਤੋਂ ਵੱਡੀ ਜਥੇਬੰਦੀ, ਉਹਨਾਂ ਦੇ ਸਾਹਮਣੇ ਰੱਖੋ ਵੀ ਅਸੀਂ ਹੁਣ ਆਹ ਕਰਾਂਗੇ ਜੀ, ਠੀਕ ਹੈ ਸਾਡੇ ਕੋਲ ਗਲਤੀਆਂ ਹੋ ਗਈਆਂ। ਇੱਕ ਵਾਰੀ ਤੁਹਾਨੂੰ ਇੰਨੀ ਨਹੀਂ ਸ਼ਰਮ, ਤੁਸੀਂ ਤੇ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗ ਲਓ। ਗਲਤੀਆਂ ਕਿਹਦੇ ਕੋਲ ਨਹੀਂ ਹੁੰਦੀ, 100 ਕੋ ਗਲਤੀਆਂ ਹੋ ਜਾਂਦੀਆਂ, ਪਰ ਗਲਤੀ ਮੰਨਣ ਵਾਲਾ ਮਹਾਨ ਹੁੰਦਾ। ਤੁਸੀਂ ਤੇ ਹਜੇ ਵੀ ਤੜੇ ਪਏ ਜੇ। ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਅੱਜ ਮੈਂ ਤੁਹਾਡੀ ਸਪੀਚ ਸੁਣੀ, ਤੁਹਾਡੇ ਕੋਲ ਚੰਗੀ ਤਰ੍ਹਾਂ ਬੋਲਿਆ ਨਹੀਂ ਸੀ ਜਾ ਰਿਹਾ। ਤੁਹਾਡੀ ਤਾਂ ਜ਼ਬਾਨ ਤਤ ਕਰਨ ਦੀ ਸੀਗੀ। ਤੁਸੀਂ ਇੱਕ ਸੱਦੋ, ਇੱਕ ਮੀਟਿੰਗ ਸਰਵ ਸਾਂਝੀ, ਤੇ ਉੱਥੇ ਬਿਠਾ ਕੇ ਸਾਰਿਆਂ ਨੂੰ ਪੁੱਛਿਆ ਜਾਵੇ, ਇੱਕ ਇੱਕ ਨੂੰ ਆਪ ਤੁਸੀਂ ਆਪਣੇ ਖਾਸ ਬੰਦੇ ਭੇਜ ਕੇ ਤੇ ਫੋਨ ਕਰਕੇ ਸੱਦੋ। ਕੀ ਪਤਾ ਕੌਮ ਅੱਜ ਵੀ ਤੁਹਾਡਾ ਸਾਥ ਦੇ ਦੇ। ਪਾਪਾਂ ਦਾ ਟੋਕਰਾ ਭਰ ਲਿਆ ਤੁਸੀਂ ਤੇ। ਕਿਹਦੀ ਜ਼ਰੂਰਤ ਸੀ ਵੀ ਜਥੇਦਾਰ ਸਾਹਿਬ ਨੂੰ, ਕੋਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਗੱਲ ਕਰਦੇ? ਤੁਸੀਂ ਦਬਾਅ ਪਵਾ ਕੇ ਗਲਤ ਫੈਸਲੇ ਕਰਾਏ ਤੇ ਲੋਕਾਂ ਕੋਲ ਨਹੀਂ ਚੱਲੇ ਗਏ। ਤੁਹਾਨੂੰ ਉਦੋਂ ਨਾ ਪਤਾ ਲੱਗਾ ਜਦੋਂ ਹਰਿਆਣੇ 'ਚੋਂ ਤੁਹਾਨੂੰ ਇਹਨਾਂ ਨੇ ਕੱਢ ਕੇ ਬਾਹਰ ਮਾਰਿਆ? ਤੁਹਾਨੂੰ ਉਦੋਂ ਨਾ ਪਤਾ ਲੱਗਾ ਜਦੋਂ ਦਿੱਲੀ 'ਚ ਤੁਹਾਨੂੰ ਕੋਈ ਸੀਟ ਨਹੀਂ ਦਿੱਤੀ, ਕੱਢ ਕੇ ਬਾਹਰ ਮਾਰਿਆ? ਤੁਸੀਂ ਫਿਰ ਬਸ਼ਰਮਾ ਵਾਂਗੂ ਉਹਨਾਂ ਦੇ ਨਾਲ ਚੰਬੜੇ ਰਹੇ। ਹੁਣ ਜਿਸ ਤਰ੍ਹਾਂ ਉਹਨਾਂ ਨੇ ਸ਼ਿਵ ਸੈਨਾ ਦਾ ਹਾਲ ਕੀਤਾ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਿਵ ਸੈਨਾ ਨਾਲੋਂ ਜ਼ਿਆਦਾ BJP ਦੀਆਂ ਸੀਟਾਂ ਹੋ ਗਈਆਂ। ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨਾਲੋਂ ਜ਼ਿਆਦਾ ਇਸ ਵੇਲੇ BJP ਦੀਆਂ ਸੀਟਾਂ ਹੋ ਗਈਆਂ।
ਤੇ ਅਗਲੀ ਵਾਰੀ ਪੰਜਾਬ ਦੇ ਵਿੱਚ ਤੁਸੀਂ ਵੱਖ-ਵੱਖ ਲੜਨਾ, ਤੁਹਾਡੇ ਪੱਲੇ ਕੱਖ ਨਹੀਂ ਰਹਿਣ ਦੇਣਾ। ਤੁਹਾਡੀਆਂ ਜੇ 20 ਸੀਟਾਂ ਆਈਆਂ ਉਹਦੇ ਵਿੱਚ ਬੀਜੇਪੀ ਦੀਆਂ ਵੀ ਵੋਟਾਂ ਹੋਣਗੀਆਂ। ਅੱਜ ਲੁੱਚੀਆਂ ਜੀਆਂ ਟਕੇ ਦੇ ਬੰਦੇ ਸ਼ਿਵ ਸੈਨਾ ਵਾਲੇ ਜਿਨ੍ਹਾਂ ਨੂੰ ਤੁਸੀਂ ਗਨਮੈਨ ਦਿੱਤੇ, ਜਿਹੜੇ ਹਨੇਰੇ ਦੇ ਵਿੱਚ ਇਕੱਲੇ ਮੂਤ ਨਹੀਂ ਸਕਦੇ ਪੰਜਾਬ ਦੇ ਵਿੱਚ, ਜਿਹੜੇ ਟਿੱਕਾਧਾਰੀ ਜਿਨ੍ਹਾਂ ਨੂੰ ਕਹਿ ਦਿੰਦੇ ਆ, ਇਹ ਜਿਹੜੇ ਹਨੇਰੇ 'ਚ ਇਕੱਲੇ ਮੂਤ ਨਹੀਂ ਸਕਦੇ, ਉਹ ਅੱਜ ਸਾਨੂੰ ਲਲਕਾਰਨ ਦੇ ਸਿਰਫ ਤੁਹਾਡੇ ਕਰਕੇ। ਕੀ ਜ਼ਰੂਰਤ ਇਹਨਾਂ ਟੱਟੂਆਂ ਦੀ ਵੀ ਇਹ ਪੰਜਾਬ ਕੀ ਪੰਜਾਬ ਤੋਂ ਬਾਹਰ ਵੀ ਬੋਲ ਜਾਣ। ਤੇ ਤੁਸੀਂ ਆਪਣੀਆਂ ਸੀਟਾਂ ਬਚਾਉਣ ਵਾਸਤੇ ਸਿੰਘਾਂ ਦੇ ਉੱਤੇ ਪਰਚੇ ਕਰਾਏ। ਕੀ ਗੱਲ ਹੈ, ਪੰਜਾਬ ਦੇ ਵਿੱਚ ਕੋਈ ਬੰਬ ਚੱਲ ਜਾਂਦਾ, ਇਹਨਾਂ ਨੂੰ ਸਿਕਿਉਰਿਟੀ ਮਿਲ ਜਾਂਦੀ ਆ ਤੇ ਸਾਨੂੰ ਪੁਲਿਸ ਤੁਹਾਡੀਆਂ ਸਰਕਾਰਾਂ ਦੇ ਹੁੰਦਿਆਂ ਚੁੱਕ ਕੇ ਲੈ ਜਾਂਦੀ ਘਰੋਂ। ਤੇ ਜੇ ਉਹਨਾਂ ਦੀ ਸਰਕਾਰ ਆ ਗਈ ਤੇ ਫਿਰ ਉਹ ਕੀ ਕਰਨਗੇ ਸਾਡੇ ਨਾਲ? ਸਿੱਖ ਤੁਸੀਂ ਬਾਹਰ ਕੱਢਤੇ, ਇੱਥੇ ਹਿੰਦੂ ਰਹਿ ਗਏ, ਫਿਰ ਤੁਸੀਂ ਸੁਪਨੇ ਵੇਖਣ ਦੇ ਜੇ ਵੀ ਅਸੀਂ ਆਪਣਾ ਮੁੱਖ ਮੰਤਰੀ ਬਣਨਾ ਹੈ। ਕਿਤੇ ਕੋਈ ਮਤਾ ਪਾਸ ਕਰੋ, ਜੇ ਕਿਤੇ ਕੋਈ ਫੈਕਟਰੀ ਲੱਗਦੀ ਆ ਤੇ ਉਹਦੇ ਵਿੱਚ 90% ਕਿਤੇ ਪੰਜਾਬੀਆਂ ਨੂੰ ਕੰਮ ਮਿਲੇ। ਭਈਏ ਤੁਹਾਡੇ ਸਿਰ ਤੇ ਆ ਕੇ ਲੱਗ ਪਏ ਮੂਤਣ। ਇੱਥੇ ਕਿੰਨੀਆਂ ਵਾਰਦਾਤਾਂ ਹੁੰਦੀਆਂ ਜਿਹਦੇ 'ਚ ਭਈਏ ਨਿਕਲਦੇ ਆ। ਮੈਂ ਅੰਮ੍ਰਿਤਸਰ ਸਾਹਿਬ ਰਹਿਣਾ ਵਾਂ, ਤੇ ਫਲ ਦੀ ਕੋਈ ਰੇਹੜੀ ਮੈਨੂੰ ਦੱਸ ਦਿਓ ਜਿੱਥੇ ਕੋਈ ਪੰਜਾਬੀ ਬੰਦਾ ਫਰੂਟ ਦੀ ਰੇਹੜੀ ਲਾਉਂਦਾ ਏ, ਸਵਾਏ ਆ ਜਿਹੜਾ ਪ੍ਰਜਾਪਤ ਏਰੀਆ ਲੋਹਗੜ੍ਹ ਤੋਂ ਇਲਾਵਾ। ਮੈਨੂੰ ਪੱਥਰ ਲਾਉਣ ਵਾਲਾ ਦੱਸ ਦਿਓ ਕੋਈ ਪੰਜਾਬੀ। ਜਦੋਂ ਪੰਜਾਬੀ ਨੂੰ ਕੰਮ ਹੀ ਨਹੀਂ ਮਿਲਣਾ ਤੇ ਉਹਨੇ ਬਾਹਰ ਹੀ ਜਾਣਾ ਵਿਚਾਰੇ ਨੇ। ਨਸ਼ਾ ਤੁਸੀਂ ਹੱਡਾਂ ਦੇ ਵਿੱਚ ਭਰ ਦਿੱਤਾ ਉਹਨਾਂ ਦੇ। ਆ ਕੈਪਟਨ ਮੈਨੂੰ ਇੱਕ ਗੱਲ ਦੱਸੇ ਹਾਂ ਵੀ ਪੰਜਾਬ ਦੇ ਵਿੱਚ ਤੰਬਾਕੂ ਬੈਨ ਆ, ਕਿਤਨਾ ਤੰਬਾਕੂ ਵਿਕਣ ਡਿਆ ਇੱਥੇ। ਸਿਗਰਟਾਂ ਚੌਂਕਾਂ ਦੇ ਵਿੱਚ ਖਲੋ ਕੇ ਪੀਤੀਆਂ ਜਾ ਰਹੀਆਂ। ਕਿੱਥੇ ਤੁਹਾਡਾ ਹੈਲਥ ਸਿਸਟਮ, ਹੈਲਥ ਮਿਨਿਸਟਰੀ ਕਿੱਥੇ ਗਈ ਤੁਹਾਡੀ? ਜਿਹੜੀ ਮਰਜ਼ੀ ਜਗ੍ਹਾ ਤੇ ਵੇਖ ਤੋ ਖੋਖੇ ਦੇ ਉੱਤੇ ਬਾਹਰ ਖਲੋ ਕੇ ਲੋਕ ਸਿਗਰਟਾਂ ਪੀਂਦੇ ਨੇ। ਲਿਫਾਫੇ ਆ ਤੇ ਉਹ ਮੋਮਜਾਮੇ ਦੇ ਵਿਕਣ ਡੇ। ਤੁਹਾਡਾ ਕਿੱਥੇ ਰਾਜ, ਕਿੱਥੇ ਤੁਹਾਡਾ? ਸਾਰੇ ਤੇ ਤੁਸੀਂ ਕਾਣੇ ਜੇ ਸੈਂਟਰ ਦੀ ਸਰਕਾਰ ਦੇ। ਅਗਲੇ ਝਾਟੀ ਝੁਰਲੂ ਜਿਹਾ ਕੱਢ ਕੇ ਈਡੀ ਦਾ ਤੁਹਾਡੇ ਉੱਤੇ ਫੰਬਾ ਠੋਕ ਦਿੰਦੇ ਆ ਤੇ ਤੁਸੀਂ ਮਿਣ ਕਰਨ ਲੱਗ ਪੈਂਦੇ ਜੇ। ਅੱਜ ਕਿਤੇ ਤਗੜਾ ਸਟੈਂਡ ਲਓ ਤੇ ਪੰਜਾਬ ਤੁਹਾਡੇ ਨਾਲ ਖਲੋਵੇ। ਖਲੋਣਾ ਤੁਹਾਡੇ ਨਾਲ ਸਿੱਖਾਂ ਨੇ ਹੀ ਆ। ਸਾਨੂੰ ਦਰਦ ਆਉਂਦਾ ਤੇ ਅਸੀਂ ਤਾਂ ਬੋਲਦੇ ਹਾਂ। ਸਾਨੂੰ ਕੋਈ ਸ਼ੌਂਕ ਨਹੀਂ ਗਾ ਵੀ ਐਵੇਂ ਫੇਸਬੁੱਕ ਤੇ ਲਾਈਵ ਹੋ ਕੇ ਤੇ ਤੁਹਾਨੂੰ ਲਾਹਨਤਾਂ ਪਾਈਏ। ਕਿੰਨਾ ਕੁੱਟਿਆ ਜੇ ਜੇ ਤੁਸੀਂ ਕਹਿੰਦੇ ਜੇ ਵੀ ਸ਼੍ਰੋਮਣੀ ਕਮੇਟੀ 'ਚ ਸ਼ਹੀਦ ਪਰਿਵਾਰ ਆ, ਭਾਈ ਦਿਲਬਾਗ ਸਿੰਘ ਸ਼ਹੀਦ ਪਰਿਵਾਰ 'ਚੋਂ ਨਹੀਂ ਜਿਹਦੇ ਗੁੱਟ ਵੱਡੇ ਜੇ। ਬੀਬੀ ਮਨਜੀਤ ਕੌਰ ਨੂੰ ਤੁਸੀਂ ਭਈਆਂ ਕੋ ਕਟਾਇਆ, 1500 ਰੁਪਇਆ ਉਹਦੇ ਪਰਸ 'ਚੋਂ ਕੱਢਿਆ, ਅੱਜ ਤੱਕ ਉਹਦਾ ਮੋਬਾਈਲ ਵਾਪਸ ਨਹੀਂ ਕੀਤਾ। ਇਹ ਲੜਾਈ ਜਿਹੜੀ ਹੋਈ ਮੰਦਭਾਗੀ ਸੀਗੀ, ਪਰ ਤੁਹਾਡੇ ਕਰਕੇ ਹੋਈ। ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਭੂਰੇ ਕੋਨੇ ਨੂੰ ਜਾ ਕੇ ਪੁੱਛੋ ਵੀ 24 ਤਰੀਕ ਨੂੰ ਲੜਾਈ ਹੁੰਦੀ, 23 ਤਰੀਕ ਨੂੰ ਕਿਹੜਾ ਸਿੰਘ ਤੂੰ ਸੱਦਿਆ ਸੀਗਾ ਜਿਹਨੂੰ ਕਿਹਾ ਸੀਗਾ ਕਿ ਸਵੇਰੇ ਆਪਾਂ ਮੋਰਚਾ ਚੁਕਾ ਦੇਣਾ, ਜਿਸ ਤਰ੍ਹਾਂ ਮਰਜ਼ੀ ਚੁਕਾਈਏ। ਉਹ ਸਿੰਘ ਨੂੰ ਸੱਦ ਕੇ ਤੁਸੀਂ ਕਿਹਾ, ਤੁਸੀਂ ਤਾਂ ਆਪ ਸਾਰੀ ਗੇਮ ਖੇਡੀ। ਕਿੱਥੋਂ ਕਿੱਥੋਂ ਤੁਸੀਂ ਸਾਰੇ ਬੰਦੇ ਇਕੱਠੇ ਕਰਕੇ ਲਿਆਂਦੇ। ਸਾਨੂੰ ਲੋਕ ਟੀਚਰਾਂ ਕੀ ਕਰਦੇ ਆ ਜਿੰਨੇ ਸਿੰਘ ਸੁਣਨ ਡੇ ਵੀਰੋ, ਬੇਨਤੀ ਸੁਣਿਓ। ਮੇਰਾ ਭਤੀਜਾ ਆ ਤੇ ਬਹੁਤ ਹੀ ਜ਼ਿਆਦਾ ਭੋਲਾ ਆ, ਤੇ ਮੈਂ ਕਿਸੇ ਬੰਦੇ ਨਾਲ ਗੱਲ ਕਰਨ ਡਿਆ, ਮੈਂ ਕਿਹਾ ਵੀ ਅਗਲਾ ਸਮਾਂ ਮਾੜਾ ਆਉਣ ਡਿਆ। ਆ ਮੇਰਾ ਭਤੀਜਾ ਵੇਖੋ, ਮੈਂ ਕਿਹਾ 8ਵੀਂ 'ਚ ਹੋ ਗਿਆ, ਵੀ ਇੰਨਾ ਭੋਲਾ ਵਾ। ਮੈਂ ਕਿਹਾ ਵੀ ਇਹ ਗੱਲਬਾਤ ਵੀ ਐਡੇ ਭੋਲੇ ਤਰੀਕੇ ਨਾਲ ਕਰਦਾ, ਇਹਨੇ ਤੇ ਵਿਚਾਰੇ ਨੇ ਕਦੀ ਗਾਲ ਵੀ ਨਹੀਂ ਕੱਢੀ। ਤੇ ਅੱਗੋਂ ਬੰਦਾ ਮੈਨੂੰ ਕਹਿੰਦਾ ਵੀ ਇਹਨੂੰ 20 ਦਿਨ ਕਹਿੰਦਾ ਸ਼੍ਰੋਮਣੀ ਕਮੇਟੀ 'ਚ ਭਰਤੀ ਕਰਾ ਦਿਓ, ਕਹਿੰਦਾ ਸਭ ਕੋਲੇ ਗਾਲਾਂ ਗੂਲਾਂ ਸਾਰੀਆਂ ਸਿੱਖ ਜੂਗਾ। ਤਾਂ ਮੈਂ ਇੱਥੇ ਸ਼ਰਮਿੰਦਾ ਹੋ ਗਿਆ। ਕੀ ਕਹੀਏ ਉਹਨੂੰ ਵੀ ਅਗਲਾ ਸੱਚ ਬੋਲਣ ਡਿਆ ਵਾ। ਤੁਹਾਡੇ ਕੋਲ ਸਰਾਵਾਂ ਦੇ ਕਮਰੇ ਤੱਕ ਨਹੀਂ ਤੁਹਾਡੇ ਕੋਲ ਜਿਹੜੀ ਸੰਗਤ ਆਉਂਦੀ ਉਹਨਾਂ ਨੂੰ ਦਿੱਤੇ ਜਾਂਦੇ। ਤੁਸੀਂ ਕਹਿੰਦੇ ਜੀ ਵੀ ਸਾਡੀ ਜਿੰਦਾਬਾਦ ਕਰੋ। ਤੁਸੀਂ ਲੋਕਾਂ ਦਾ ਕੀ ਬੇੜਾ ਗਰਕ ਕੀਤਾ, ਤੁਸੀਂ ਆਪਣਾ ਹੀ ਕਰ ਲਿਆ। ਦਿਹਾੜੀਦਾਰ ਬੰਦਾ ਇੱਥੇ ਨਹੀਂ ਤੇ ਕਿਤੇ ਹੋਰ ਦਿਹਾੜੀ ਕਰ ਲੂਗਾ ਸਾਡੇ ਵਰਗਾ। ਤੁਸੀਂ ਕੀ ਕਰੋਗੇ? ਤੁਹਾਡੀਆਂ ਤੇ ਕੁਰਸੀਆਂ ਗਈਆਂ ਸਮਝੋ। ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ, ਜੇ ਕੋਈ ਵੀਰ ਮੈਨੂੰ ਇਹਨਾਂ ਦੇ ਕਿਸੇ ਕਹਿੰਦੇ ਸੁਖਬੀਰ ਬਾਦਲ ਦੇ ਨਾਲ ਮਿਲਾ ਦੇ ਤੇ ਮੈਂ ਬਹੁਤ ਧੰਨਵਾਦੀ ਹੋਊਂਗਾ। ਜੇ ਕੋਈ ਬੰਦਾ ਮੈਨੂੰ ਸੁਖਬੀਰ ਬਾਦਲ ਦਾ ਨੰਬਰ ਦੇ ਦੇ ਜਾਂ ਉਹਦੇ ਨਾਲ ਮੈਨੂੰ ਮਿਲਾ ਦੇ ਤੇ ਮੈਂ ਉਹਦਾ ਬੜਾ ਧੰਨਵਾਦੀ ਹੋਊਂਗਾ।
ਵੀ ਐਡੇ ਤੁਸੀਂ ਮੰਦਬੁੱਧੀ ਤੇ ਨਹੀਂ ਹੈਗੇ ਵੀ ਜਿਹੜੀ ਤੁਹਾਨੂੰ ਸਮਝ ਨਹੀਂ ਲੱਗਣ ਦੀ। ਸਾਰਾ ਕੁਝ ਤਾਂ ਤੁਸੀਂ ਜੇ ਲਗਾਤਾਰ 10 ਸਾਲ ਰਾਜ ਕੀਤਾ ਵਾ, ਤੁਹਾਨੂੰ ਸਮਝ ਤੇ ਸਾਰੀ ਹੈ, ਤੁਸੀਂ ਜਾਣ ਕੇ ਮਚਲੇ ਹੋਏ ਜੇ, ਫਿਰ ਆਪਣੀ ਕੌਮ ਨੂੰ ਆਪ ਹੀ ਕਟਾਉਣ ਡੇ ਜੇ ਤੁਸੀਂ। ਸਾਨੂੰ ਇੱਥੇ ਖਤਰਾ ਹੋਇਆ, ਅਸੀਂ ਲਾਇਸੈਂਸ ਮੰਗੀਏ ਤੇ ਪੁਲਿਸ ਸਾਡੇ ਲਾਇਸੈਂਸ ਨਹੀਂ ਬਣਾਉਂਦੀ। ਤੇ ਪਤਾ ਕੀਤਾ ਜਾਵੇ ਵੀ ਸ਼ਿਵ ਸੈਨਾ ਦਾ ਇੱਕ ਨਿੱਕਾ ਜਿਹਾ ਟੱਟੂ ਤੋਂ ਟੱਟੂ ਵੀ ਬੰਦਾ ਵਾ ਜਿਹੜਾ ਉਹਨੂੰ ਲਾਇਸੈਂਸ ਇਸ਼ੂ ਕੀਤੇ ਆ। ਸੌ ਸਾਲ ਦੇ ਵਿੱਚ ਤੁਸੀਂ ਕੋਈ ਤੀਰ ਮਾਰਿਆ ਤੇ ਦੱਸੋ, ਕੋਈ ਹਸਪੀਟਲ ਦਿੱਤਾ ਜੇ, ਕੋਈ ਕਾਲਜ ਫ੍ਰੀ ਦਿੱਤਾ ਜੇ? ਇੰਨੇ ਸਾਲਾਂ ਦੇ ਵਿੱਚ ਕਿਹੜੇ IAS IPS ਕੌਮ ਦੇ ਵਿੱਚੋਂ ਕੱਢੇ ਤੁਸੀਂ? ਤੁਸੀਂ ਕਹੋ ਵੀ ਇਹਦੀ 10 ਬੰਦੇ IPS ਨਿਕਲੇ ਆ ਜੀ, IAS ਨਿਕਲੇ, ਇਹਦੀ ਪੜ੍ਹਾਈ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਹੋਈ ਆ, ਦੱਸੋ ਕੋਈ 10-20 ਡਾਕਟਰ ਹੀ ਦੱਸ ਦਿਓ ਵੀ ਇਹ ਗਰੀਬ ਪਰਿਵਾਰ ਦੇ ਹੀ ਖਰਚਾ ਨਹੀਂ ਭਰ ਸਕਦੇ, ਤੇ ਇਹਨਾਂ ਦਾ ਖਰਚਾ ਭਰ ਕੇ ਤੇ 10 ਡਾਕਟਰ ਨਿਕਲੇ ਆ, ਤੇ ਡਾਕਟਰਾਂ ਨੂੰ ਕੋਈ ਹਸਪਤਾਲ ਆਪਣਾ ਹੀ ਹੋਵੇ ਤੇ ਉਹਦੇ 'ਚ ਹੀ ਲਾਇਆ ਜਾਵੇ। ਦੱਸੋ ਕਿੰਨੇ ਡਾਕਟਰ ਬਣਾਏ ਜੇ, ਕਿੰਨੇ ਇੰਜੀਨੀਅਰ ਬਣਾਏ ਜੇ? ਤੇ ਜੇ ਕੋਈ ਧਿਰ ਖੜੀ ਹੁੰਦੀ ਆ ਤੇ ਉਹਨੂੰ ਤੁਸੀਂ ਇਹ ਤੇ ਜੀ ਇਹ ਕਾਂਗਰਸੀ ਏ, ਕਾਂਗਰਸੀਆਂ ਦੇ ਘਰ ਕੁੜੀ ਕਿਹਨੇ ਦਿੱਤੀ ਸੀਗੀ? ਮੈਂ ਪਿੰਡਾਂ ਬਾਰੇ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਮੈਂ ਸ਼ਾਇਦ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਵੀਰੋ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਾਤਾ ਜੀ ਚੜ੍ਹਾਈ ਕਰ ਗਏ ਤੇ ਕੈਪਟਨ ਹੁਣੀ ਉਹਨਾਂ ਦੇ ਘਰੇ ਗਏ, ਜੇ ਕੈਪਟਨ ਹੋਣਾ ਦੇ ਮਾਤਾ ਜੀ ਚੜ੍ਹਾਈ ਕਰ ਗਏ ਤੇ ਇਹ ਸਾਰਾ ਪਰਿਵਾਰ ਉੱਥੇ ਗਿਆ, ਤੇ ਪਿੰਡਾਂ ਵਿੱਚ ਤੁਸੀਂ ਇੱਕ ਦੂਜੇ ਦਾ ਪਾਰਟੀਬਾਜ਼ੀ 'ਚ ਸਿਰ ਪਾੜ ਦਿੰਦੇ ਜੇ, ਕਤਲ ਕਰ ਦਿੰਦੇ ਜੇ। ਜਿਨ੍ਹਾਂ ਪਿੱਛੇ ਤੁਸੀਂ ਲੜਨ ਦੇ ਉਹ ਤੇ ਇੱਕੋ ਮਿੱਕੋ ਹੈ, ਤੇ ਤੁਸੀਂ ਝੰਡੇ ਚੁੱਕੀ ਫਿਰਦੇ ਜੇ। 200 ਰੁਪਏ ਦੀ ਸ਼ਰਾਬ ਦੀ ਬੋਤਲ ਤੇ ਜਿਹੜੀ ਸਾਡੀ ਜਨਤਾ ਵੀ ਵਿਕ ਜਾਂਦੀ, ਉਹਨੂੰ ਵੀ ਲੱਖ ਲਾਹਣ ਤੇ ਫਟੇ ਮੂੰਹ ਤੁਹਾਡਾ ਹੀ। ਮੁੜ ਕੇ ਤੁਸੀਂ ਕਹਿੰਦੇ ਜੇ ਸਾਡਾ ਤੇ ਬੱਚਾ ਜੀ ਚੱਟੇ ਨਾਲ ਮਰ ਗਿਆ। ਜਿਨ੍ਹਾਂ ਤੁਹਾਨੂੰ ਸ਼ਰਾਬਾਂ ਪਿਆਉਣੀਆਂ, ਮੁੜ ਕੇ ਪੈਸੇ ਚੱਟਾ ਵੇਚ ਕੇ ਪੂਰੇ ਕਰਨੇ, ਉਹਨਾਂ ਕਿੱਥੋਂ ਪੂਰੇ ਕਰਨੇ? ਇਹਨਾਂ ਸਾਰਿਆਂ ਦੀ ਹਿਸਟਰੀ ਫੋਲੀ ਜਾਵੇ, ਜਿਹੜੇ ਪੁਰਾਣੇ ਖੁੰਡ ਵੀ ਇਹਨਾਂ ਦੇ, ਵੀ ਇਹ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਕੀ ਸੀਗੇ ਤੇ ਹੁਣ ਕੀ ਬਣ ਗਏ, ਕਬਜ਼ੇ ਕਰ ਕਰਕੇ। ਹਾਂਜੀ ਬਿਲਕੁਲ ਜੀ, ਗੋਲਕ ਦਾ ਰੌਲਾ ਹੈ ਜੀ ਸਰ, ਗੋਲਕ ਚੋਰੀ ਨੇ। ਕੀ ਟੱਟੂ ਜਿਹਾ ਬੰਦਾ ਨਿਊਜ਼ੀਲੈਂਡ ਤੋਂ ਸਾਨੂੰ ਗੱਲਾਂ ਕਰਨ ਡਿਆ, ਸਾਡੀ ਕੌਮ ਨੂੰ ਕੀ ਕੀਤਾ ਜੇ ਉਹਦੇ ਖਿਲਾਫ? ਜੇ ਤੁਹਾਨੂੰ ਇੱਕ ਬੀਬੀ ਨੇ 2 ਗੱਲਾਂ ਕੀਤੀਆਂ ਸੀ, ਤੁਸੀਂ ਚੁੱਕ ਕੇ ਥਾਣੇ ਸਟਾਤੀ, ਤੇ ਜਿਹੜਾ ਕੌਮ ਨੂੰ ਗੱਲਾਂ ਕਰਨ ਡਿਆ। ਅੱਜ ਮਾਫ ਕਰਿਓ, ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ। ਜੇਕਰ ਇਸ ਵੇਲੇ ਜਿਹੜੇ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਜੀ ਧੁੰਮਾ, ਜੇ ਅੱਜ 2 ਗੱਲਾਂ ਇਹਨਾਂ ਨੂੰ ਕਹਿ ਦਿੱਤੀਆਂ ਜਾਣ ਤੇ ਇਹ ਜਿਹੜੇ ਟਕਸਾਲ ਦੇ ਬੰਦੇ ਝੱਟ ਸਾਡੇ ਦਿਵਾਲੇ ਹੋ ਜਾਣਗੇ। ਤੇ ਬਾਬਾ ਜਰਨੈਲ ਸਿੰਘ ਜੀ ਨੂੰ ਲੋਕ ਕਿੰਨੀਆਂ ਗਾਲਾਂ ਕੱਢਦੇ, ਉਹਨਾਂ ਦਾ ਕੁਝ ਨਹੀਂ। ਜੇ ਅੱਜ ਮੰਨ ਲਓ ਵੀ ਨਿਹੰਗ ਸਿੰਘ ਜਥੀਆਂਬੰਦੀਆਂ ਦੇ ਕਿਸੇ ਮੁਖੀ ਨੂੰ ਕੋਈ ਮਾੜਾ ਜਿਹਾ ਬੋਲ ਦਿੰਦਾ ਵਾ, ਤੇ ਝੱਟ ਹੀ ਉਹਦੇ ਦਿਵਾਲੇ ਹੋ ਜਾਂਦੇ, ਨਿਹੰਗ ਸਿੰਘ ਉਹਦੇ ਘਰਾਂ ਤੱਕ ਪਹੁੰਚ ਜਾਂਦੇ ਆ। ਤੇ ਜੇ ਕੌਮ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਆ ਨਿੰਦਕ ਇੰਨਾ ਕੁਝ ਮਾੜਾ ਬੋਲਣ ਦੇ, ਉੱਥੇ ਨਿਹੰਗ ਸਿੰਘ ਚੁੱਪ ਨੇ। 328 ਸਰੂਪ ਮਹਾਰਾਜ ਦੇ ਲਾਪਤਾ ਹੋ ਗਏ, ਉੱਥੇ ਵੀ ਨਿਹੰਗ ਸਿੰਘ ਚੁੱਪ ਨੇ। ਅਸੀਂ ਭਾਰਤ ਸਰਕਾਰ ਦਾ ਮੂੰਹ ਨਹੀਂ ਮੋੜ ਸਕਦੇ, ਮੋੜ ਸਕਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ, ਜਿਹੜੀਆਂ ਆਪ ਇੱਕ ਬਹੁਤ ਵੱਡੀ ਸਰਕਾਰ ਨੇ, ਤੇ ਉਹ ਚੁੱਪ ਬੈਠੇ ਨੇ। ਅਸੀਂ ਤੇ ਉਹਨਾਂ ਦੇ ਨਾਲ, ਜੇ ਨਿਹੰਗ ਸਿੰਘ ਜਥੇਬੰਦੀਆਂ ਕਿਤੇ ਸਾਡੇ ਵਰਗੇ ਨੂੰ ਥਾਪੜਾ ਦੇ ਦੇਣ ਵੀ ਜਾਓ, ਤੇ ਅਸੀਂ ਵੇਖੋ ਕਿਸ ਤਰ੍ਹਾਂ ਲੋਥਾਂ ਦੇ ਢੇਰ ਲਾਉਨੇ ਫਿਰ। ਅੱਜ ਸਾਡੇ ਕੋਲ ਕੋਈ ਹੈ ਹੀ ਨਹੀਂਗਾ ਬੰਦਾ ਜਿਹੜਾ ਕਹਿ ਦੇ ਵੀ ਕੰਮ ਕਰਕੇ ਨਿਕਲਣਾ ਤੁਹਾਡਾ ਕੰਮ, ਤੇ ਇੱਥੇ ਸਾਂਭਣਾ ਸਾਡਾ ਕੰਮ। ਬਾਬਾ ਜਰਨੈਲ ਸਿੰਘ ਸੀਗੇ ਜਿਹੜੇ ਕਹਿ ਦਿੰਦੇ ਸੀਗੇ ਵੀ ਉੱਥੇ ਨਿੰਦਕ ਨੂੰ ਤੇ ਦਸਮ ਵਿਰੋਧੀ ਨੂੰ ਸੋਧਣਾ ਤੁਹਾਡਾ ਕੰਮ, ਤੇ ਇੱਥੇ ਸਾਂਭਣਾ ਸਾਡਾ ਕੰਮ। ਤੇ ਅੱਜ ਦਸਮ ਵਿਰੋਧੀ ਸਾਡੇ ਨਾਲ ਤੁਰੇ ਫਿਰਦੇ ਆ, ਲਾਗੇ ਤੁਰੇ ਫਿਰਦੇ, ਕੀ ਕਰੀਏ? ਸਾਨੂੰ ਸਾਂਭਣਾ ਕਿੰਨੇ? ਸਿਰਫ ਚੌਧਰ ਦੀ ਭੁੱਖ ਹੈ ਇਸ ਵੇਲੇ।
ਜੇ ਭਾਈ ਰਣਜੀਤ ਸਿੰਘ ਜੀ, ਚਲੋ ਮੈਂ ਇੱਕ ਵਾਰੀ ਉਹਨਾਂ ਨੂੰ ਮਿਲਿਆ ਵਾਂ, ਕੋਈ ਵਿਚਾਰ ਨਹੀਂ ਉਹਨਾਂ ਦੇ ਨਾਲ ਹੋਏ, ਕਿਉਂਕਿ ਸਾਡਾ ਲੈਵਲ ਹੀ ਉਨਾ ਨਹੀਂ ਹੈਗਾ ਵੀ ਅਸੀਂ ਉਹਨਾਂ ਨਾਲ ਵਿਚਾਰ ਕਰ ਸਕੀਏ। ਪਰ ਮੈਂ ਇੱਕ ਗੱਲ ਕਹਿਣਾ ਵਾਂ ਵੀ ਇਸ ਵੇਲੇ ਜਿਹੜੇ ਭਾਈ ਰਣਜੀਤ ਸਿੰਘ ਆ ਉਹਨਾਂ ਨੂੰ ਕੋਈ ਸਲਾਹ ਨਹੀਂ ਦੇ ਸਕਦਾ, ਉਹਨਾਂ ਦਾ ਲੈਵਲ ਆ, ਜੋ ਕਹਿ ਦੇਣਗੇ ਉਹ ਪ੍ਰਵਾਨ ਹੋਣਾ। ਬਾਕੀ ਸਾਨੂੰ ਹੋਰ ਤੇ ਕੋਈ ਇੱਥੇ ਜ਼ਿਆਦਾ ਗੱਲਬਾਤ ਦਿਖਦੀ ਨਹੀਂ। ਜੇ ਅਸੀਂ ਕਹਿੰਦੇ ਹਾਂ ਸਾਰਿਆਂ ਨੂੰ ਵੀ ਇਕੱਠੇ ਹੋ ਜਾਈਏ, ਇੱਕ ਦੂਜੇ ਤੇ ਐਲੀਗੇਸ਼ਨ ਲਾਉਣ ਪਏ ਵੀ ਉਹ ਝੂਠਾ ਤੇ ਮੈਂ ਸੱਚਾ ਜੀ। ਅਸੀਂ ਚਾਹੁੰਦੇ ਹਾਂ ਵੀ ਸਾਰੇ ਜਾਣੇ ਇਕੱਠੇ ਹੋਈਏ ਤੇ ਅਗਵਾਈ ਮੇਰੀ ਤੁਸੀਂ ਮੰਨੋ ਜੀ। ਭਾਈ ਸਾਹਿਬ ਜੀ 100 ਸਾਲ 'ਚ ਕੋਈ ਵੱਡਾ ਕੰਮ ਨਹੀਂ ਕੀਤਾ। ਜਾਓ ਗਲਿਆਰੇ ਦੀ ਜਿਹੜੇ ਆਲੇ ਦੁਆਲੇ ਥਾਣੇ ਚੌਂਕੀਆਂ ਜਾਓ, ਪੁੱਛੋ ਜਾ ਕੇ, ਰੋਜ਼ ਦੀਆਂ 50 ਚੋਰੀਆਂ ਦਰਬਾਰ ਸਾਹਿਬ ਹੁੰਦੀਆਂ, ਤੁਹਾਡੇ ਕੋਲ ਨਹੀਂ ਰੁਕੀਆਂ। ਤੇ ਜਿਹੜੇ ਕੈਮਰੇ ਵਾਲੇ ਬੰਦੇ ਆ ਵਿੱਚ ਰਲੇ ਆ। ਅੱਜ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਭਾਈ ਖੋਸੇ ਦੀਆਂ ਵੀਡੀਓ ਜਿਹੜੀਆਂ ਨੇ ਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਆਈਆਂ, ਉਹ ਇਹਨਾਂ ਨੇ ਜਨਤਕ ਕਰਤੀਆਂ। ਮੇਰਾ ਮੋਬਾਈਲ ਚੋਰੀ ਹੋ ਗਿਆ ਸੱਚਖੰਡ ਦੇ ਬਾਹਰ, ਔਰਤ ਦੀ ਫੋਟੋ ਵਿੱਚ ਆ ਗਈ ਜਿਹਨੇ ਚੋਰੀ ਕੀਤਾ। ਤੇ ਸਾਹਿਬ ਸਿੰਘ ਜਿਹੜਾ 50 ਨੰਬਰ ਕੈਮਰਿਆਂ ਵਾਲੇ ਕਮਰੇ ਦਾ ਸਾਹਿਬ ਸਿੰਘ ਉਹਦਾ ਨਾਂ ਸੀਗਾ। ਮੈਂ ਕਿਹਾ ਭਾਈ ਸਾਹਿਬ ਆਹ ਵੇਖੋ ਜੀ, ਆਹ ਮੋਬਾਈਲ ਕੱਢਣ ਦੀ ਬੀਬੀ ਤੇ ਇਹਦੀ ਮੈਨੂੰ ਫੋਟੋ ਲੈ ਕੇ ਕਹਿੰਦਾ ਜੀ ਨਾ ਜੀ ਅਸੀਂ ਜਨਤਕ ਨਹੀਂ ਕਰ ਸਕਦੇ। ਤੇ ਖੋਸੇ ਦੀ ਵੀਡੀਓ ਕਿਸ ਤਰ੍ਹਾਂ ਤੁਸੀਂ ਜਨਤਕ ਕਰ ਦਿੱਤੀਆਂ? ਜੇ ਤੁਹਾਡੇ ਕੋਲ ਕੋਈ ਜਵਾਬ ਮੰਗ ਲੇ ਤੇ ਜਾਂ ਤਾਂ ਤੁਸੀਂ ਡਾਂਗਾ ਮਾਰੋਗੇ ਜਾਂ ਤੁਸੀਂ ਕਾਂਗਰਸੀ ਕਹਿ ਲੋਗੇ। ਤੁਸੀਂ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਕਾਂਗਰਸੀ ਕਹਿ ਦਿੱਤਾ ਸੀਗਾ। ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਾਖ ਗਵਾਈ ਤੁਸੀਂ। ਅੱਜ ਜੇ ਕੋਈ ਸਾਡੇ ਵਰਗਾ ਬੰਦਾ ਹੀ ਕਹਿ ਲਓ, ਮੈਂ ਆਪਣੇ ਵਰਗਾ ਹੀ ਕਹਿ ਦੇਣਾ ਵੀ ਕਿਸੇ ਦੀ ਕੀ ਜ਼ਰੂਰਤ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਗੱਲ ਕਰ ਜਾਂਦਾ। ਤੁਸੀਂ ਆਪਣੀਆਂ ਲਫਾਫੇਬਾਜ਼ੀ ਕੱਢਣ ਕਰਕੇ ਤੇ ਹੁਣ ਤੇ ਭਾਈ ਤੁਹਾਡੀ ਕਮੇਟੀ ਦੇ ਵਿੱਚ ਹੀ ਹੁਣ ਜੋ ਗੱਲਾਂ ਸੁਣਨ ਨੂੰ ਮਿਲਦੀਆਂ ਵਾ ਵੀ ਦੂਜੀ ਧਿਰ ਜਿਹੜੀ ਆ ਉਹ ਇਹਨੂੰ ਲੌਂਗੋਵਾਲ ਨੂੰ ਲਾਉਣਾ ਚਾਹੁੰਦੀ ਆ। ਤੇ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਤੇ ਪੂਰੀ ਪੱਬਾਂ ਭਾ ਰਿਹਾ ਧਿਰ। ਜਿਹਨੂੰ ਅੱਜ ਬੋਲਣ ਵਾਸਤੇ ਕਿਹਾ ਤੇ ਅੱਗੋਂ ਨੇ ਮੁੜ ਕੇ ਬੁਲਾਰੇ ਨੇ ਇਹ ਵੀ ਕਿਹਾ ਆ ਜਾਓ ਸਟੇਜ ਤੇ ਜੀ, ਹੱਥ ਜੋੜ ਕੇ ਨਹੀਂ ਸਰਨਾ, ਤੁਹਾਨੂੰ ਬੋਲਣਾ ਹੀ ਪੈਣਾ ਵਾ। ਇਹ ਤੁਸੀਂ ਚੈੱਕ ਕਰੋ, ਤੁਸੀਂ ਤੇ ਆਪ ਹੀ ਬੇੜਾ ਗਰਕ ਕਰ ਦਿੱਤਾ। ਤੁਸੀਂ ਰਹਿਣੀ ਕੱਖ ਨਹੀਂ ਦਿੱਤਾ ਕੌਮ ਦੇ ਪੱਲੇ। ਤੁਸੀਂ ਆਪ ਉਹ ਜਿਹੜੇ ਜ਼ਾਲਮ RSS BJP ਨੂੰ ਤੁਸੀਂ ਵਿੱਚ ਲਿਆ ਕੇ ਵਾੜਿਆ। ਅਕਾਲ ਤਖਤ ਸਾਹਿਬ ਦੀਆਂ ਧੱਜੀਆਂ ਡਾਉਣ ਵਾਲੇ ਤੁਸੀਂ ਜੇ। ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਸੀਗਾ ਕਿ RSS ਦੇ ਨਾਲ ਕੋਈ ਸਾਂਠ ਗਾਂਠ ਨਹੀਂ ਰੱਖਣੀ, ਤੇ ਤੁਹਾਨੂੰ ਨਹੀਂ ਪਤਾ ਵੀ RSS ਤੇ BJP ਇੱਕੋ ਹੀ ਚੀਜ਼ ਹੈ? ਤੁਹਾਨੂੰ ਨਹੀਂ ਪਤਾ ਵੀ ਲਾਲ ਕ੍ਰਿਸ਼ਨ ਅਡਵਾਨੀ ਤੇ ਜਿਹੜਾ ਇਹ ਅਟਲ ਬਿਹਾਰੀ ਵਾਜਪਾਈ ਇਹ ਸੰਘ ਦੇ ਬੰਦੇ ਨੇ, ਨਿੱਕਰਧਾਰੀ ਨੇ। ਤੇ ਟੱਟੂ ਜੇ ਬੰਦੇ ਆ ਕੇ ਗੱਲਾਂ ਕਰਨਗੇ ਜੀ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੱਲਾਂ ਕਰਦੇ, ਤੁਸੀਂ ਹੁਕਮਨਾਮੇ ਤੁਸੀਂ ਨਹੀਂ ਮੰਨਦੇ। ਤੁਹਾਡੀ 100 ਸਾਲ ਦੀ ਪ੍ਰਾਪਤੀ ਇਹ ਆ ਵੀ ਦਾੜੀ ਕੱਟੇ ਤੇ ਦਾੜਾ ਕਾਲਾ ਕਰਨ ਵਾਲੇ ਤੇ ਬੇਅਮਰਤੀ ਇਹ ਗੁਰਦੁਆਰਿਆਂ ਦੇ ਪ੍ਰਧਾਨ ਆ। ਜਿਹੜਾ ਕਹਿੰਦਾ ਨਹੀਂ ਆਓ ਤੁਹਾਨੂੰ ਮੈਂ ਵਿਖਾ ਦਿੰਦਾ ਵਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਹਿਤਾ ਜੀ ਇਹ ਜਿਹੜੀ ਨਕਲੀ ਸਤਕਾਰ ਕਮੇਟੀਆਂ ਨੇ, ਤੇ ਉਦੋਂ ਦੀਆਂ ਤੁਸੀਂ ਕਿੰਨੀਆਂ ਕੁ ਕਾਰਵਾਈਆਂ ਕਰਤੀਆਂ ਸਰਦਾਰ ਜੀ? ਹਰਪ੍ਰੀਤ ਸਿੰਘ ਜੀ ਕਿੰਨੀਆਂ ਕਾਰਵਾਈਆਂ ਕਰਾਈਆਂ ਜੇ? $328 ਸਰੂਪ ਆਖੇ ਜੀ ਛਪੇ ਨਹੀਂ। ਉਹ ਤੁਸੀਂ ਆਪਣੇ ਅਹੁਦੇ ਦਾ ਧਿਆਨ ਰੱਖ ਕੇ ਤੇ ਬੋਲਿਆ ਕਰੋ। ਤੁਹਾਡਾ ਅੱਜ ਵੀ ਸਤਿਕਾਰ ਹੈ, ਹੋਕਾ ਦਿਓ ਇੱਕ, ਕਰੋ ਸਾਰਿਆਂ ਨੂੰ ਇਕੱਠੇ। ਜਿਹੜੇ ਤੁਹਾਡੇ ਨਾਲੋਂ, ਤੁਹਾਡੀ ਵਿਚਾਰਧਾਰਾ ਨਾਲੋਂ, ਜਿਹੜੀ ਤੁਹਾਡੀ ਮਾੜੀ ਵਿਚਾਰਧਾਰਾ ਨਾਲੋਂ ਵੱਖਰੇ ਹੋ ਗਏ ਆ ਸ਼੍ਰੋਮਣੀ ਕਮੇਟੀ ਵਾਲੇ, ਉਹ ਕਰੋ ਉਹਨਾਂ ਨੂੰ ਇਕੱਠੇ। ਤੁਸੀਂ ਕਹਿੰਦੇ ਜੀ ਪੁਲਿਸ ਨਹੀਂ ਅੰਦਰ ਵੜਨੀ ਚਾਹੀਦੀ ਜੀ, ਪੁਲਿਸ ਨੂੰ ਕੇਸ ਨਹੀਂ ਦੇਣਾ ਜੀ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਜਿਹੜੀ ਇਹ ਪੁਲਿਸ ਆ ਉਹ ਕਿਹੜੀ ਕੋਲੰਬੀਆ ਤੋਂ ਲਿਆਂਦੀ ਹੈ? ਉਹ ਪੰਜਾਬ ਪੁਲਿਸ ਹੀ ਹੈ ਨਾ। ਤੁਹਾਡੇ ਕੋਲ ਤਾਂ ਇੰਨੇ ਤਗੜੇ ਆਪਣੇ ਗੁੰਡੇ ਆ, ਉਹ ਦੇ ਦਿਓ ਉਹਨਾਂ ਨੂੰ 4-5। CID ਤੁਹਾਡੇ ਉੱਥੇ ਤੁਰੀ ਫਿਰਦੀ ਆ, ਅਰਦਾਸ ਤੁਸੀਂ ਨਹੀਂ ਹੋਣ ਦਿੰਦੇ ਉੱਥੇ। ਜੇ ਉਹਨੇ ਪੰਨੂ ਨੇ ਕਹਿਤਾ ਅਰਦਾਸ ਆ, ਤੇ ਜੇ ਕੋਈ ਹੋਰ ਬੰਦੇ ਨੇ ਵੈਸੇ ਅਰਦਾਸ ਕਰਨੀ ਹੋਏ ਉਹਨੂੰ ਤੁਸੀਂ ਨਹੀਂ ਵੜਨ ਦਿੰਦੇ। 6 ਜੂਨ ਨੂੰ ਤੁਸੀਂ ਨਹੀਂ ਉੱਥੇ ਸਿੰਘਾਂ ਨੂੰ ਅੰਦਰ ਜਾਣ ਦਿੱਤਾ। ਜੇ ਸਿੰਘ ਨਹੀਂ ਅੰਦਰ ਜਾਏ, ਫੌਜ ਕਿਸ ਤਰ੍ਹਾਂ, ਪੁਲਿਸ ਕਿਸ ਤਰ੍ਹਾਂ ਅੰਦਰ ਆ ਗਈ? ਸਾਰਾ ਕੁਝ ਤੁਸੀਂ ਵੇਚ ਵੱਟ ਕੇ ਖਾ ਗਏ ਜੇ।
ਅਸੀਂ ਤੇ ਅੱਜ ਵੀ ਤੁਹਾਡੇ ਨਾਲ ਤੁਰਨ ਵਾਸਤੇ ਤਿਆਰ ਆ, ਕੋਈ ਸਹੀ ਫੈਸਲੇ ਤੇ ਕਰੋ। ਕੋਈ ਇੱਕ ਮੈਂ ਦਾਅਵੇ ਨਾਲ ਕਹਿਣਾ ਵਾ ਵੀ ਜਿਹੜੇ ਇਹਨਾਂ ਦੇ ਪਾਲਤੂ ਫੇਕ ਆਈਡੀਆਂ ਬਣਾ ਕੇ ਗੱਲਾਂ ਕਰਦੇ ਆ ਕੇ ਬਹਿ ਕੇ ਸਾਡੇ ਨਾਲ ਗੱਲ ਤੇ ਕਰੋ। ਜਿੰਨਾ ਵਧੀਆ ਜੁੱਤੀ ਚੱਟ ਉਹ ਹੋਈ ਉੱਤੇ ਉਹਨੂੰ ਅਹੁਦਾ ਉੱਚਾ। ਇੱਕ ਹੋਰ ਬੰਦਾ ਇਹਨਾਂ ਦਾ ਜੁੱਤੀ ਚੱਟ ਜਿਹਾ ਤੁਰਿਆ ਫਿਰਦਾ, ਮੈਨੂੰ ਵੀ ਫੋਨ ਕਰਕੇ ਕਹਿੰਦਾ ਸੀ ਆਓ ਜੀ ਰਲ ਕੇ ਸੇਵਾ ਕਰਦੇ ਆ। ਮੈਂ ਤਾਂ ਪਹਿਲਾਂ ਹਾਂ ਕਰ ਦਿੱਤੀ, ਮੁੜ ਕੇ ਮੈਨੂੰ ਪਤਾ ਲੱਗਾ ਵੀ ਇੱਕ ਚੀਜ਼ ਕੀ ਆ। ਐਡੇ ਐਡੇ ਤਗੜੇ ਤੁਸੀਂ ਜਨਾਨੀ ਬਾਜ਼ ਵਿੱਚ ਵਾੜੇ ਆ। ਕਿਸੇ ਨੇ ਨਹੀਂ ਢਾਹ ਲਾਈ, ਤੁਸੀਂ ਲਾਈ, ਤੁਸੀਂ ਲਾਉਣ ਡੇ ਹੋ ਤੇ ਤੁਸੀਂ ਲਾਉਂਦੇ ਰਹਿਣਾ ਜੇ ਤੁਸੀਂ ਨਾ ਮੰਨੀ ਕਿਸੇ ਦੀ। ਇਸ ਕਰਕੇ ਤੁਹਾਨੂੰ ਆਹ ਵੇਖੋ, ਦੋਵੇਂ ਹੱਥ ਜੋੜ ਕੇ ਬੇਨਤੀ ਆ, ਤੁਸੀਂ ਕੌਮ ਦਾ ਭਲਾ ਕਰੋ। ਤੁਸੀਂ ਬਥੇਰੀਆਂ, ਤੁਸੀਂ ਸਾਨੂੰ ਬੜਾ ਕੁਝ ਦੇਤਾ, ਹੁਣ ਲਾਂਭੇ ਹੋ ਜਾਓ ਤੇ ਕਿਸੇ ਹੋਰ ਨੂੰ ਆਉਣ ਦਿਓ, ਤੇ ਜਾਂ ਫਿਰ ਆਪਣੇ 'ਚ ਸੁਧਾਰ ਲਿਆਓ। ਪਾਪ ਦੀ ਡਫਲੀ ਜਿਹੜੀ ਜ਼ਿਆਦਾ ਚਿਰ ਨਹੀਂ ਵੱਜਣੀ। 2022 'ਚ ਤੇ ਨਾ ਸਹੀ 27 ਦੇ ਵਿੱਚ ਅਗਲੇ ਤੁਹਾਨੂੰ ਤਾਰੇ ਵਿਖਾਉਣਗੇ, ਵੇਖਿਓ। ਆ ਜਾਣਾ ਉਹਨਾਂ ਨੇ, ਨਾ ਆਉਣਗੇ ਤੇ ਫੇਰ ਆਖਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਇਹ ਕੋਈ ਦਾਸ ਕੋਲੋਂ ਕੋਈ, ਮੈਂ ਕੋਈ ਪ੍ਰਚਾਰਕ ਨਹੀਂ ਗਾ, ਕੋਈ ਵੱਧ